ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਤੁਹਾਨੂੰ ਦੱਸ ਦਈਏ ਕਿ ਮੋਸ਼ਨ 44 ਜਿਹਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ, ਇਹਦੇ ਉੱਤੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦਾ ਬਿਆਨ ਸਾਹਮਣੇ ਆਇਆ ਹੈ। TR to PR ਦੀ ਗੱਲ ਲਗਾਤਾਰ ਸਾਹਮਣੇ ਆ ਰਹੀ ਸੀ ਕਿ TR to PR ਪ੍ਰੋਗਰਾਮ ਕੀ ਇਸ ਸਾਲ ਆਏਗਾ, ਇਹ ਆਏਗਾ ਵੀ ਜਾਂ ਨਹੀਂ ਆਏਗਾ। ਸੋ ਇਸ ਦੇ ਵਿੱਚ ਕਿਸ ਦਾ ਸਕੋਪ ਹੋ ਸਕਦਾ ਕਿ ਸਟੂਡੈਂਟਸ ਨੂੰ ਮੁੜ ਤੋਂ ਇਹਦੇ ਵਿੱਚ ਥਾਂ ਮਿਲ ਸਕਦੀ ਹੈ। ਸੋ ਇਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਸਾਰੀ ਅੱਜ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਅਸੀਂ PNP ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਕਿ ਜਿਹੜੇ ਕੈਨੇਡਾ ਦੇ ਵਿੱਚ ਨੇ ਉਹਨਾਂ ਲਈ ਤਾਂ PNP ਦਾ ਆਪਸ਼ਨ ਹੈਗਾ ਹੀ ਆ, ਪਰ ਜਿਹੜੇ ਕੈਨੇਡਾ ਤੋਂ ਬਾਹਰ ਨੇ ਉਹ PNP ਦੇ ਆਪਸ਼ਨਸ ਵਿੱਚ ਕਿਸ ਤਰੀਕੇ ਨਾਲ ਆ ਸਕਦੇ ਨੇ। ਸੋ ਜਿਹੇ ਬਹੁਤ ਸਾਰੇ ਮੈਟਰਸ ਨੇ ਜਿਹੜੇ ਅੱਜ ਅਸੀਂ ਇਮੀਗ੍ਰੇਸ਼ਨ ਸੰਬੰਧੀ ਡਿਸਕਸ ਕਰਾਂਗੇ। ਤੁਹਾਡਾ ਕੋਈ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਟੌਪਿਕਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ ਸਰ। ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹਾਂ ਅੱਜ। ਇਮੀਗ੍ਰੇਸ਼ਨ ਮਿਨਿਸਟਰ ਦਾ ਸਭ ਤੋਂ ਪਹਿਲਾਂ ਅੱਜ ਦੇਖ ਰਹੇ ਸੀਗੇ ਕਿ ਅਪਡੇਟ ਆਈ ਹੈ। ਸੋ ਮੋਸ਼ਨ 44 ਨੂੰ ਲੈ ਕੇ ਕੋਈ ਅਪਡੇਟ ਇਹ ਆ ਰਹੀ ਹੈ, ਕੀ ਹੈ ਇਹ? ਬਿਲਕੁਲ ਤਰਨ ਜੀ, ਮੋਸ਼ਨ 44 ਸੀਗਾ ਕਿ ਇੱਕ ਪ੍ਰਾਈਵੇਟ ਮੈਂਬਰ ਬਿੱਲ ਸੀਗਾ, ਰਾਈਟ। ਇਹ 11 ਮਈ ਨੂੰ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਤਾਂ ਕਿ ਉਹ ਕਿਸ ਚੀਜ਼ ਦੇ ਉੱਤੇ ਸੀਗਾ, ਬੇਸਿਕਲੀ ਸੀਗਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਵਾਸਤੇ ਕੋਈ ਇਹੋ ਜਿਹਾ ਹੁਣ ਟੈਂਪਰੇਰੀ ਰੈਜ਼ੀਡੈਂਟਸ ਕੌਣ ਹੋ ਗਏ? ਇੰਟਰਨੈਸ਼ਨਲ ਸਟੂਡੈਂਟਸ ਹੋ ਗਏ, ਜਿਹੜੇ ਫੋਰਨ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਉਹ ਟੈਂਪਰੇਰੀ ਰੈਜ਼ੀਡੈਂਟਸ ਹੋ ਗਏ। ਉਹਨਾਂ ਵਾਸਤੇ ਕੋਈ ਇਹੋ ਜਿਹਾ ਪ੍ਰੋਗਰਾਮ ਆਵੇ ਜਿਹੜਾ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਮੁਸ਼ਕਲਾਤਾਂ ਨੂੰ ਹੱਲ ਕਰ ਸਕੇ। ਸੋ ਉਸ ਚੀਜ਼ ਨੂੰ ਲੈ ਕੇ ਮੋਸ਼ਨ 44 ਪ੍ਰੈਜ਼ੈਂਟ ਕੀਤਾ ਗਿਆ ਸੀਗਾ ਬਿੱਲ ਦੇ ਵਿੱਚ। ਹੁਣ ਇਹਦੇ ਵਿੱਚ ਉਹ ਸੀਗਾ ਕਿ ਹੁਣ ਹਰ ਇੱਕ ਜਿਹੜਾ ਸਟੂਡੈਂਟ ਹੈਗਾ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਤੇ ਹੈਗਾ ਜਾਂ ਜਿਹੜੇ ਫੋਰਨ ਵਰਕਰਸ ਹੈਗੇ ਨੇ ਉਹ ਡਿਫਰੈਂਟ ਸਕਿੱਲ ਲੈਵਲਸ ਤੇ ਹੈਗੇ ਨੇ। ਕੋਈ ਡਾਇਰੈਕਟਰ ਲੈਵਲ ਦੀ ਜੌਬ ਲੈ ਕੇ ਬੈਠਾ, ਕੋਈ ਮੈਨੇਜੀਰੀਅਲ ਲੈ ਕੇ ਬੈਠਾ, ਕੋਈ ਸੁਪਰਵਾਈਜ਼ਰ ਜਾਂ ਟੈਕਨੀਕਲ ਜੌਬ ਲੈ ਕੇ ਬੈਠਾ, ਕੋਈ ਲੇਬਰ ਜੌਬ, ਕੋਈ ਇਵਨ ਹੈਲਪਰ ਜੌਬ ਲੈ ਕੇ ਵੀ ਬੈਠੇ ਹੋਏ ਨੇ। ਸੋ ਉਹ ਸਾਰੇ ਸਕਿੱਲ ਸੈਟਸ ਵਾਸਤੇ ਕੋਈ ਇਹੋ ਜਿਹਾ ਪ੍ਰੋਗਰਾਮ ਆਵੇ ਕਿ ਸਾਰੇ ਸਕਿੱਲ ਸੈਟਸ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਣ। ਸੋ ਉਸ ਚੀਜ਼ ਨੂੰ ਲੈ ਕੇ ਆ ਮੋਸ਼ਨ 44 ਪ੍ਰੈਜ਼ੈਂਟ ਕੀਤਾ ਗਿਆ ਸੀਗਾ। ਹੁਣ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਉਹਨਾਂ ਤੇ ਵੀ ਫੋਕਸ ਬਹੁਤ ਜ਼ਿਆਦਾ ਸੀਗਾ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟ ਜਦੋਂ ਵੀ ਕੈਨੇਡਾ ਆਉਂਦਾ ਹੈ ਤੇ ਆਪਣਾ ਤਾਂ ਪਹਿਲੇ ਸਭ ਤੋਂ ਪਹਿਲਾਂ ਤਾਂ ਆਪਣੀ ਐਜੂਕੇਸ਼ਨ ਅਪਗ੍ਰੇਡ ਕਰ ਲੈਂਦੇ ਨੇ। ਉਸ ਤੋਂ ਬਾਅਦ ਕੈਨੇਡਾ ਦੀ ਮਾਰਕੀਟ ਦੇ ਵਿੱਚ ਉਹ ਆਪਣਾ ਐਕਸਪੀਰੀਅੰਸ ਲੈਣਾ ਸ਼ੁਰੂ ਕਰ ਦਿੰਦੇ ਨੇ, ਕੰਮ ਕਰਦੇ ਨੇ ਐਂਡ ਦੇ ਬਿਕਮ ਦਾ ਮੋਸਟ ਐਸੈਂਸ਼ੀਅਲ ਜਿਹੜਾ ਕਹਿੰਦੇ ਨਾ ਪਾਰਟ ਆਫ ਦਾ ਸੋਸਾਇਟੀ। ਸੋ ਕੈਨੇਡੀਅਨ ਗਵਰਨਮੈਂਟ ਉਹਨਾਂ ਨੂੰ ਲੂਜ਼ ਨਹੀਂ ਕਰਨਾ ਚਾਹੁੰਦੀ। ਸੋ ਬਟ ਹਾਲਾਤ ਕੁਝ ਐਸੇ ਬਣ ਗਏ ਸੀਗੇ ਕਿ ਉਹ ਬਹੁਤ ਸਾਰੇ ਬੱਚਿਆਂ ਦੀ ਪਰਮਾਨੈਂਟ ਰੈਜ਼ੀਡੈਂਸੀ ਪੋਸੀਬਲ ਨਹੀਂ ਹੋ ਰਹੀ ਸੀ। ਉਸ ਨੂੰ ਲੈ ਕੇ ਆ ਬਿੱਲ ਪ੍ਰੈਜ਼ੈਂਟ ਕੀਤਾ ਗਿਆ ਸੀਗਾ, ਜਿਹੜੀ ਅਪਡੇਟਸ ਆਈਆਂ ਤੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਪ੍ਰੈਜ਼ੈਂਟ ਕੀਤਾ ਸੀਗਾ। ਹੁਣ ਕੀਤਾ ਹੈਗਾ ਕੱਲ 20 ਸਤੰਬਰ ਨੂੰ। ਉਹਨਾਂ ਨੇ ਇਹੀ ਕਿਹਾ ਹੈਗਾ ਕਿ ਅਸੀਂ 5 ਪਿਲਰਸ ਲੈ ਕੇ ਆ ਰਹੇ ਹਾਂ। ਪ੍ਰੋਗਰਾਮ ਇਸ ਤਰ੍ਹਾਂ ਦਾ ਲੈ ਕੇ ਆ ਰਹੇ ਹਾਂ ਕਿ 5 ਸਟੈਪ ਪ੍ਰੋਗਰਾਮ ਹੈਗਾ। ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਮੈਂ ਇੰਡੀਆ ਤੋਂ ਬੋਲ ਰਿਹਾ ਸੀ। ਮੇਰਾ ਸਵਾਲ ਇਹ ਹੈ ਕਿ ਮੈंने ਨਾ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀਗਾ ਕੈਨੇਡਾ ਦਾ ਜੀ, ਤੇ ਮੇਰੇ ਨਾ ਪਾਸਪੋਰਟ 'ਚ ਗਿਵਨ ਨੇਮ ਦੀ ਜਗ੍ਹਾ ਹੀ ਗਿਵਨ ਨੇਮ ਔਰ ਸਬ ਨੇਮ ਇਕੱਠੇ ਆ ਗਏ ਦੋਨੇ। ਲੇਕਿਨ ਮੈਂ ਪਾਸਪੋਰਟ 'ਚ ਜਦੋਂ ਮੈਂ ਅਪਲਾਈ ਕੀਤਾ ਸੀਗਾ ਉਹ 'ਚ ਮੈਂ ਸਬ ਨੇਮ ਬਕਾਇਦਾ ਮੈਂਸ਼ਨ ਕੀਤਾ ਸੀਗਾ ਫਾਰਮ ਵਿੱਚ, ਫਾਰਮ ਮੇਰੇ ਕੋਲ ਅਵੇਲੇਬਲ ਹੈਗਾ ਵਾ। ਲੇਕਿਨ ਪ੍ਰੋਬਲਮ ਇਹ ਆਈ ਹੈ ਕਿ ਮੈਂ ਦੇਖਿਆ ਨਹੀਂ ਔਰ ਚੰਗੀ ਤਰ੍ਹਾਂ ਵਾਚ ਨਹੀਂ ਕੀਤਾ, ਉਹਨੂੰ ਦੇਖਿਆ ਨਹੀਂ ਉਸ ਟਾਈਮ ਤੇ, ਔਰ ਮੇਰਾ ਵੀਜ਼ਾ ਵੀ ਲੱਗ ਕੇ ਆ ਗਿਆ। ਉਹ ਵੀ ਗਿਵਨ ਨੇਮ ਸੀ, ਦੋਨੇ ਨਾਮ ਲਿਖ ਕੇ ਆ ਗਏ ਸੀ। ਤੇ ਮੈਨੂੰ ਜਿਵੇਂ ਪਤਾ ਕਿ ਇਹਦਾ ਕੀ ਹੱਲ ਹੈ। ਆਪਾਂ ਕੁਝ ਪੁੱਛਣਾ ਜਾਂ ਆਨਸਰ ਦੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ। ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣਾ ਨੇਮ ਚੇਂਜ ਕਰਾਇਆ ਸੀ ਤੇ ਮੈਂ ਆਪਣਾ ਨੇਮ ਮੇਰੀ ਨੈਕਸਟ ਮੰਥ ਉਸ ਸੈਰੇਮਨੀ ਸਿਟੀਜ਼ਨ ਦੀ ਮੈਂ ਆਪਣਾ ਜਦੋਂ ਤੋਂ ਮੈਨੂੰ ਈਮੇਲਸ ਆਈ ਹੈਗੀ ਆ ਕਿ ਆਪਣਾ ਉਸ ਲਈ ਮੈਂ ਉਹਨਾਂ ਨੂੰ ਆਪਣਾ ਨੇਮ ਚੇਂਜ ਸਰਟੀਫਿਕੇਟ ਭੇਜ ਚੁੱਕਿਆ। ਮੈਂ ਪੁੱਛਣਾ ਸੀ ਕਿ ਇਹ ਸਫੀਸ਼ੀਐਂਟ ਹੈ? ਸਿਟੀਜ਼ਨ ਦਾ ਜਿਹੜਾ ਵੈਬ ਫਾਰਮ ਹੁੰਦਾ ਹੈ SRC ਦਾ, ਉਹ ਸਿਟੀਜ਼ਨਸ਼ਿਪ ਵਾਲਾ ਉਹ ਵੀ ਭਰਨਾ ਜ਼ਰੂਰੀ ਹੈ? ਦੁਬਾਰਾ ਪੁੱਛੋ, ਕੀ ਤੁਸੀਂ ਕੀ ਕਿਹਾ? ਸਰ, ਮੇਰੀ ਨੈਕਸਟ ਮੰਥ ਉਸ ਸੈਰੇਮਨੀ ਹੈ, ਮੈਂ ਉਹਨਾਂ ਨੂੰ ਆਪਣਾ ਨੇਮ ਚੇਂਜ ਕੀਤਾ, ਮੈਂ ਸਰਟੀਫਿਕੇਟ ਭੇਜਤਾ ਕਿ ਮੇਰਾ ਨੇਮ ਚੇਂਜ ਕਰ ਦਿਓ ਉਸ ਸੈਰੇਮਨੀ ਤੇ ਮੈਂ ਪੁੱਛਣਾ ਚਾਹੁੰਦਾ ਸੀ ਕਿ IRC ਤੇ ਵੈਬ ਫਾਰਮ ਤੇ ਭਰਨਾ ਜ਼ਰੂਰੀ ਹੈ ਇਕੱਲਾ ਜਿੱਥੋਂ ਮੈਨੂੰ ਈਮੇਲ ਆਈ ਸੀ ਕਿ ਉਹਨਾਂ ਨੂੰ ਭੇਜਤਾ ਸਫੀਸ਼ੀਐਂਟ ਹੈ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਪਹਿਲਾਂ ਜਿਨ੍ਹਾਂ ਨੇ ਸਰਨੇਮ ਦੀ ਗੱਲ ਆਖੀ ਸੀ ਕਿ ਸੇਮ ਆ ਗਿਆ, ਗਿਵਨ ਨੇਮ ਤੇ ਸਰਨੇਮ ਇਕੱਠੇ ਆ ਗਏ ਨੇ। ਦੈਟਸ ਓਕੇ। ਪਹਿਲੇ ਇੱਕ ਟਾਈਮ ਇਹੋ ਜਿਹਾ ਹੁੰਦਾ ਸੀਗਾ ਕਿ ਸਰਨੇਮ ਹੋਣਾ
ਜ਼ਰੂਰੀ ਹੁੰਦਾ ਸੀਗਾ। ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਆਇਆ ਕਿ ਗਵਰਨਮੈਂਟ ਨੇ ਚੇਂਜਸ ਇੰਪਲੀਮੈਂਟ ਕੀਤੀਆਂ। ਉਸ ਤੋਂ ਬਾਅਦ ਜੇ ਗਿਵਨ ਨੇਮ ਦੇ ਨਾਲ ਹੀ ਸਰਨੇਮ ਆ ਜਾਂਦਾ ਦੈਟਸ ਸਟਿਲ ਓਕੇ, ਕੋਈ ਇਹੋ ਜਿਹੀ ਇਸ਼ੂ ਨਹੀਂ ਹੈਗਾ। ਹੁਣ ਸਿੰਸ ਤੁਹਾਡਾ ਵੀਜ਼ਾ ਵੀ ਉਸੇ ਨਾਲ ਲੱਗ ਕੇ ਆ ਚੁੱਕਾ ਹੈ, ਲੈਟ ਇਟ ਬੀ ਦੈਟ ਵੇ। ਜੇ ਚੇਂਜ ਕਰਾਓਗੇ ਤਾਂ ਯੂ ਹੈਵ ਟੂ ਗੈਟ ਦਾ ਪਾਸਪੋਰਟ ਚੇਂਜਡ ਐਜ਼ ਵੈਲ, ਐਂਡ ਸੈਕੰਡ ਆਫ ਆਲ ਤੁਹਾਨੂੰ ਵੀਜ਼ਾ ਦੇ ਵਿੱਚ ਵੀ ਅਮੈਂਡਮੈਂਟ ਕਰਾਉਣੀਆਂ ਪੈਣਗੀਆਂ। ਨੈਕਸਟ ਜਿਨ੍ਹਾਂ ਨੇ ਉਹ ਸੈਰੇਮਨੀ ਲਈ ਕਿਹਾ ਕਿ ਨੇਮ ਚੇਂਜ ਕਰਵਾਇਆ ਵਾ, ਜੀ ਬਿਲਕੁਲ, ਇਹਦੇ ਵਿੱਚ ਉਹ ਨੇਮ ਚੇਂਜ ਇਜ਼ ਨਾਟ ਅ ਸਿੰਪਲ ਪ੍ਰੋਸੈਸ ਕਿ ਸਿਰਫ ਲਿਖ ਕੇ ਭੇਜ ਦਿੱਤਾ, ਤੇ ਸਰਟੀਫਿਕੇਟ ਦੇ ਨਾਲ ਤੁਹਾਨੂੰ ਐਪਲੀਕੇਸ਼ਨ ਆਪਣੀ ਭੇਜਣੀ ਪੈਣੀ ਹੈਗੀ ਹੈ, ਐਂਡ ਤੁਹਾਨੂੰ ਵੈਬ ਫਾਰਮ ਵਗੈਰਾ ਵੀ ਭਰਨਾ ਪੈਣਾ ਹੈਗਾ, ਤਾਂ ਹੀ ਤੁਹਾਡੇ ਚੇਂਜਸ ਇੰਪਲੀਮੈਂਟ ਹੋਣਗੇ। ਹੋ ਸਕਦਾ ਇੰਨੀ ਜਲਦੀ ਨਾ ਹੋ ਸਕਣ। ਜੀ ਆਪਾਂ 5 ਪਿਲਰਸ ਦੀ ਤੁਸੀਂ ਗੱਲ ਕਰ ਸੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਆ ਚੁੱਕੇ ਗਏ ਨੇ, ਗੱਲ ਕੀਤੀ ਗਈ ਹੈ। ਜੀ ਬਿਲਕੁਲ, ਉਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਨੇ ਇਸ ਸਾਰੀ ਸਟੇਟਮੈਂਟ ਦੇ ਅੰਦਰ ਇਹੀ ਕਿਹਾ ਕਿ ਜਿਹੜੇ ਲੋਕੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ, ਪੜ੍ਹਾਈ ਕੀਤੀਆਂ ਹੋਈਆਂ, ਦੇ ਆਰ ਦਾ ਮੋਸਟ ਉਹਨਾਂ ਦੀ ਇੰਟੀਗ੍ਰੇਸ਼ਨ ਇਨਟੂ ਦਾ ਕੈਨੇਡੀਅਨ ਸੋਸਾਇਟੀ ਸਭ ਤੋਂ ਈਜ਼ੀ ਹੈਗੀ ਹੈ। ਉਹਨਾਂ ਦੀ ਸੈਟਲਮੈਂਟ ਇਨਟੂ ਦਾ ਕੈਨੇਡੀਅਨ ਸੋਸਾਇਟੀ ਸਭ ਤੋਂ ਈਜ਼ੀ ਹੈਗੀ ਹੈ, ਬਿਕੋਜ਼ ਜਿਨ੍ਹਾਂ ਨੂੰ ਪਹਿਲੇ ਐਕਸਪੀਰੀਅੰਸ ਹੈਗਾ, ਜੌਬਸ ਇਨ ਪਲੇਸ ਹੈਗੀਆਂ, ਕੰਮ ਕਰ ਰਹੇ ਨੇ, ਕੈਨੇਡੀਅਨ ਸੋਸਾਇਟੀ ਦਾ ਐਕਸਪੀਰੀਅੰਸ ਹੈਗਾ। ਸੋ ਉਹਨਾਂ ਨੂੰ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਦੇਣ ਵਾਸਤੇ ਦਿਸ ਇਜ਼ ਦਾ ਪ੍ਰੋਗਰਾਮ ਵੀ ਆਰ ਕਮਿੰਗ ਅਪ ਵਿਦ। ਇਹ ਬਾਰੇ ਗੱਲ ਕਰਾਂਗੇ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਹਾਂਜੀ, ਮੈਂ ਰਾਜਵੀਰ ਬੋਲ ਰਹੀ ਹਾਂ ਜੀ। ਮੇਰਾ ਮਨੂ ਦੱਤੋ ਸਰ ਨੂੰ ਇਹ ਸਵਾਲ ਆ ਕਿ ਸਰ ਵਟ ਅਬਾਊਟ ਕੇਅਰ ਗਿਵਰਸ ਜਿਨ੍ਹਾਂ ਨੇ T20 ਚ ਫਾਈਲ ਲਗਾਈਆਂ ਸੀਗੀਆਂ, ਤੇ ਉਹਨਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਹੈ 2025 ਦੇ ਬਾਰੇ ਚ? ਹਾਂਜੀ, ਕਿਉਂਕਿ ਮੈਂ ਵੀ ਆਪਣੀ ਫਾਈਲ 2020 ਚ ਲਗਾਈ ਸੀਗੀ, ਬਟ ਉਦੋਂ ਤਾਂ ਕੁਝ ਨਹੀਂ ਆਇਆ। 2021 ਚ ਜਾ ਕੇ ਪਰਮਾਨੈਂਟ ਨੰਬਰ ਆਇਆ ਸੀਗਾ। ਦੈਨ ਫਿਰ 2022 ਚ ਜਾ ਕੇ ਸਾਡੇ ਕੋਲ ਥੋੜੇ ਜਿਹੇ ਐਡੀਸ਼ਨਲ ਡਾਕੂਮੈਂਟ ਰਿਕੁਐਸਟ ਸੀ, ਲਾਈਕ PCC ਵਗੈਰਾ ਸੀਗਾ, ਇੱਕ PR ਫੀਸ ਹੁੰਦੀ ਉਹ ਸੀਗਾ। ਸੋ उससे ਮੈਡੀਕਲ ਨਹੀਂ ਸੀਗਾ। ਮੈਂ ਇਹ ਪੁੱਛਣਾ ਸੀਗਾ ਕਿ ਇਹ ਮਤਲਬ ਪੋਜ਼ਿਟਿਵ ਵੇ ਚ ਲੈ ਸਕਦੇ ਅਸੀਂ ਇਸ ਨੂੰ, ਕਿ ਜਾਂ ਕਿਵੇਂ ਆ, ਕੀ ਪ੍ਰੋਸੈਸ ਚੱਲ ਰਿਹਾ ਆ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ, ਪਹਿਲਾਂ ਕੇਅਰ ਗਿਵਰਸ ਦੀ ਹੀ ਗੱਲ ਕਰ ਲਈ ਆਪਾਂ। ਜੀ ਰਾਜਵੀਰ ਜੀ, 2019 ਤੇ 2020 ਦੀ ਫਾਈਲਸ ਦੇ ਉੱਤੇ ਕੰਮ ਹੋ ਰਿਹਾ। 19 ਆਲਮੋਸਟ ਦੇ ਸ਼ੁੱਡ ਬੀ ਡਨ ਵੈਰੀ ਸ਼ਾਰਟਲੀ। ਉਸ ਤੋਂ ਬਾਅਦ 2020 ਦੀ ਫਾਈਲ ਦੇ ਉੱਤੇ ਤੇ ਤੁਹਾਨੂੰ ਆ ਚੀਜ਼ਾਂ ਮੰਗੀਆਂ ਗਈਆਂ, ਤਾਂ ਐਬਸੋਲੂਟਲੀ ਇਟ ਇਜ਼ ਅ ਪੋਜ਼ਿਟਿਵ ਕਿ ਤੁਹਾਡੀ ਫਾਈਲ ਮੂਵ ਹੋ ਰਹੀ ਹੈ ਜੀ। ਜੀ ਬਿਲਕੁਲ, ਆਪਾਂ ਤੁਸੀਂ TR to PR ਦੀ ਗੱਲ ਕਰ ਸੀ, ਤੁਸੀਂ ਮੋਸ਼ਨ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਸਟੂਡੈਂਟਸ ਦੀ ਗੱਲ ਰੱਖੀ ਗਈ ਹੈ, ਪਰ ਜਿਹੜਾ TR to PR ਪ੍ਰੋਗਰਾਮ ਆਏਗਾ ਕੀ ਇਹ ਸਿਰਫ ਅਤੇ ਸਿਰਫ ਸਟੂਡੈਂਟਸ ਲਈ ਹੋਏਗਾ? ਕਿਉਂਕਿ ਪਿੱਛੇ ਜਿਹੇ ਉਹਨਾਂ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਜਿਨ੍ਹਾਂ ਕੋਲ ਪੇਪਰਸ ਨਹੀਂ ਹੈਗੇ, ਸੋ ਜਾਂ ਫਿਰ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏਗਾ? ਤਰਨ, ਇਹ ਜਿਹੜਾ ਪ੍ਰੋਗਰਾਮ ਹੈਗਾ TR to PR ਦਾ ਹੈਗਾ, ਇਹ ਉਹਨਾਂ ਵਾਸਤੇ ਹੈਗਾ ਜਿਨ੍ਹਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਹੈਗਾ, ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟਸ ਹੈਗੇ, ਵਰਕ ਪਰਮਿਟ ਲੈ ਲਿਆ, ਕੰਮ ਕੀਤਾ, ਜਾਂ ਫਿਰ ਉਹ ਹੈਗੇ ਨੇ ਜਿਹੜੇ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਆਏ ਹੋਏ ਨੇ। ਸੋ ਇਹ ਬੇਸਿਕਲੀ ਪ੍ਰੋਗਰਾਮ ਉਸੇ ਸਕਿੱਲ ਸੈਟਸ ਨੂੰ, ਹੁਣ ਇਹਦੇ ਵਾਸਤੇ ਉਹਨਾਂ ਨੇ 5 ਪਿਲਰਸ ਲਿੱਤੇ। 5 ਪਿਲਰਸ ਦੇ ਵਿੱਚ ਤਰਨ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਪਹਿਲਾ ਪਿਲਰ ਲਿੱਤਾ ਕਿ ਸਾਡਾ 2022 ਤੋਂ 2024 ਦੇ ਉੱਤੇ ਅਸੀਂ ਆਪਣੇ ਇਮੀਗ੍ਰੇਸ਼ਨ ਲੈਵਲਸ ਵਧਾਵਾਂਗੇ। ਉਸ ਵਧਾ ਕੇ ਕਿ ਸਾਨੂੰ ਫਾਇਦਾ ਕੀ ਹੈਗਾ ਕਿ ਅਸੀਂ ਵੀ ਵਿਲ ਬੀ ਏਬਲ ਟੂ ਅਬਜ਼ੌਰਬ ਮੋਰ workers into permanent residency, more TRs to PRs। ਸੋ ਉਹਦੇ ਉੱਤੇ ਹੋਏਗਾ। ਦੂਸਰਾ ਚੀਜ਼ ਹੈਗੀ ਹੈ, ਉਹਨਾਂ ਨੇ ਇੱਕ ਸਭ ਤੋਂ ਇੰਪੋਰਟੈਂਟ ਕਿਹਾ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਬਹੁਤ ਸਾਰੀ 1/4 ਆਫ ਦਾ ਪੋਪੂਲੇਸ਼ਨ ਇਜ਼ ਰਿਟਾਇਰਿੰਗ ਅਗਲੇ 10 ਸਾਲਾਂ ਦੇ ਵਿੱਚ। ਸੋ ਉਹਨੂੰ ਆਫਸੈਟ ਕਰਨ ਵਾਸਤੇ ਵੀ ਨੀਡ ਟੂ ਇੰਪਰੂਵ ਦਾ ਲੈਵਲਸ ਡਰਾਸਟਿਕਲੀ, ਐਂਡ ਉਹਨੂੰ ਇੰਪਰੂਵ ਕਰਨ ਵਾਸਤੇ ਸਟੂਡੈਂਟਸ ਤੇ PR ਇਹਦੇ ਵਿੱਚ ਬੈਸਟ ਫਿਟ ਹੁੰਦੇ ਨੇ। ਸੋ ਆਹ ਪਹਿਲੀ ਚੀਜ਼ ਉਹਨਾਂ ਨੇ ਉਹਦੇ ਵਿੱਚ ਪੋਜ਼ਿਟਿਵ ਕਹੀ ਹੈਗੀ ਹੈ। ਦੂਸਰੀ ਕਹੀ ਹੈਗੀ ਕਿ ਇਮੀਗ੍ਰੇਸ਼ਨ ਸਿਸਟਮ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਰਿਫਾਰਮ ਲੈ ਕੇ ਆਵਾਂਗੇ। ਹੁਣ ਰਿਫਾਰਮ ਕਿਸ ਤਰ੍ਹਾਂ ਦਾ ਲੈ ਕੇ ਆਵਾਂਗੇ? ਹੁਣ ਜਿਹੜੇ ਹਾਲੇ ਤੱਕ ਕੀ ਹੁੰਦਾ ਸੀਗਾ, ਜੈਨਰਿਕ ਡਰਾਜ਼ ਹੁੰਦੇ ਸੀਗੇ। ਹੁਣ ਤੁਹਾਨੂੰ ਯਾਦ ਹੋਏਗਾ ਜਦੋਂ ਪਹਿਲਾਂ ਐਕਸਪ੍ਰੈਸ ਐਂਟਰੀ ਸ਼ੁਰੂ ਕੀਤਾ ਗਿਆ ਸੀ, ਉਦੋਂ ਸਰਟਨ ਆਕੂਪੇਸ਼ਨਸ ਪਿਕ ਹੁੰਦੇ ਸੀਗੇ। ਉਹ 27 ਆਕੂਪੇਸ਼ਨਸ ਦੀ ਲਿਸਟ ਸੀਗੀ, 35 ਆਕੂਪੇਸ਼ਨਸ ਦੀ ਲਿਸਟ ਸੀ, ਫਿਰ ਬਾਅਦ ਚੋਂ ਐਕਸਪੈਂਡ ਹੋ ਕੇ। ਸੋ ਉਸ ਡਰਾਜ਼ ਉਹਨਾਂ ਦੇ ਵਿੱਚੋਂ ਹੀ ਜਿਹੜੇ ਉਹਨਾਂ ਆਕੂਪੇਸ਼ਨ ਦੇ ਵਿੱਚ ਫਾਲ ਕਰਦੇ ਸੀ ਉਹੀ ਪਿਕ ਹੁੰਦੇ ਸੀਗੇ, ਇਨ ਡਿਮਾਂਡ ਹੁੰਦੇ ਸੀਗੇ। ਸੋ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਅਸੀਂ in demand occupations ਜਿਹੜੇ ਸਾਨੂੰ so it will be more flexible, it will not be generic in coming times, we will be coming up with those streams ਜਿਹੜੀ ਸਾਨੂੰ occupations ਦੇ ਲੋੜ ਹੈਗੀ, ਅਸੀਂ ਉਹੀ ਪਿਕ ਕਰਾਂਗੇ। ਸੋ ਇਹ ਪ੍ਰੋਵਿੰਸ਼ੀਅਲ ਲੈਵਲ ਤੇ ਦੇਖਿਆ ਜਾਏਗਾ ਜਾਂ ਫਿਰ ਇਹ ਫੈਡਰਲ ਲੈਵਲ ਦੇ ਉੱਤੇ ਦੇਖਿਆ ਜਾਏਗਾ? ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਵੈਨਕੂਵਰ ਤੋਂ ਬੋਲਦੇ ਹਾਂ ਜੀ। ਅਸੀਂ ਅਮਰੀਕਾ ਰਹਿੰਦੇ ਹਾਂ, ਸਿਆਟਲ, ਤੇ ਅਮਰੀਕਾ ਗ੍ਰੀਨ ਕਾਰਡ ਆ। ਅਸੀਂ ਸਾਡਾ 2021 ਚ ਲਾਟਰੀ ਸਿਸਟਮ ਵਿੱਚ ਨਿਕਲਿਆ ਸੀਗਾ। 30 ਨਵੰਬਰ 21 ਚ ਅਸੀਂ ਫਾਈਲ ਲਾਤੀ ਸੀ, ਤੇ ਮੈਡੀਕਲ ਵੀ ਹੋ ਗਿਆ, ਫਿੰਗਰਪ੍ਰਿੰਟ, ਪੁਲਿਸ ਰਿਪੋਰਟ, ਲੈਂਡਿੰਗ ਫੀਸ ਵੀ ਹੋ ਗਈ ਸਾਡੀ। ਤੇ ਅਸੀਂ ਇੰਡੀਆ ਜਾਣਾ ਚਾਹੁੰਦੇ ਸੀ। ਅਸੀਂ ਸੋਚਦੇ ਸੀ 6 ਮਹੀਨੇ ਲਾਉਣੇ ਇੰਡੀਆ, ਵੀ ਪਿੱਛੋਂ ਤਾਂ ਨਹੀਂ ਕੋਈ ਆਊਗਾ, ਮਤਲਬ ਕਿ ਸਾਨੂੰ ਕੋਈ ਸੱਦਾ ਪੱਤਰ, ਜਾਂ ਅਸੀਂ ਨਹੀਂ ਜਾ ਸਕਦੇ।
ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਇਹਨਾਂ ਨੇ ਕਿਹਾ ਕਿ ਸਾਡਾ ਪੀਆਰ ਕਾਰਡ ਸਿਟੀਜ਼ਨ ਪੀਆਰ ਆਉਣ ਵਾਲਾ ਹੈ। ਇਹਨਾਂ ਨੇ 2021 ਚ ਪੇਰੈਂਟਸ ਦੀ ਫਾਈਲ ਲਗਾਈ ਸੀਗੀ, ਗ੍ਰੈਂਡ ਪੇਰੈਂਟਸ ਦੀ, ਤੇ ਕਹਿ ਰਹੇ ਨੇ ਕਿ ਗ੍ਰੀਨ ਕਾਰਡ ਧਾਰਕ ਨੇ ਆਲਰੇਡੀ ਇਹ ਯੂਐਸ ਤੇ ਵੀ ਜੇ ਜਾਂਦੇ ਨੇ ਪਿੱਛੋਂ ਤਾਂ ਨਹੀਂ ਕੋਈ ਪ੍ਰੋਸੈਸ ਦੀ ਅੱਗੇ ਇਹਨਾਂ ਨੂੰ ਕੋਈ ਆ ਜਾਏਗਾ ਕਿ ਇਹ ਜਾ ਸਕਦੇ ਨੇ, ਵਿਜ਼ਿਟ ਕਰ ਸਕਦੇ ਨੇ 6 ਮੰਥ ਲਈ। ਆਪਾਂ ਟੀਵੀ ਸਕਰੀਨ ਤੇ ਆਨਸਰ ਦੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਮ, ਮਨਜੀਤ ਸਿੰਘ ਗੱਲ ਕਰ ਰਿਹਾ ਜੈਨਾ ਤੋਂ ਜੀ। ਜੀ ਹਾਂਜੀ ਮੈਮ, ਮੇਰਾ ਸਵਾਲ ਸੀਗਾ, ਸਾਡੀ ਐਸਆਈਪੀ ਹਾਰਟ ਟੂ ਫਿਲ ਦੇ ਵਿੱਚ ਐਸਆਈਪੀ ਅਪਰੂਵ ਹੋਈ ਸੀ 15 ਅਪ੍ਰੈਲ ਨੂੰ, ਤੇ ਅਸੀਂ ਮੈਨੂੰ ਫਿਰ ਫੈਡਰਲ ਦੀ 19 ਮਈ ਨੂੰ ਪੀਆਰ ਲਾ ਦਿੱਤੀ ਸੀਗੀ ਫਾਈਲ ਤੇ ਉਹਦੇ ਵਿੱਚ ਮੇਰੀ ਵਾਈਫ ਇੱਥੇ ਮੇਰੇ ਨਾਲ ਹੈ, ਉਦੋਂ ਵੇਟਰ ਵੀਜ਼ੇ ਤੇ ਸੀਗੀ, ਤੇ ਇੱਕ ਬੱਚਾ 5 ਸਾਲ ਦਾ ਇੱਥੇ ਵੇਟਰ ਵੀਜ਼ੇ ਤੇ ਇੱਕ ਮੇਰਾ ਬੱਚਾ 10 ਸਾਲ ਦਾ ਇੰਡੀਆ ਦੇ ਵਿੱਚ ਸੀਗਾ। ਤੇ ਜਿੱਦਣ ਅਸੀਂ 19 ਮਈ ਨੂੰ ਫੈਡਰਲ ਦੀ ਪੀਆਰ ਲਾਈ, 2 ਮਈ ਨੂੰ ਲਾਈ ਸੀਗੀ ਪੀਆਰ ਦੀ ਫਾਈਲ, ਤੇ 19 ਮਈ ਨੂੰ ਵਰਕ ਪਰਮਿਟ ਲਾਏ ਸੀਗੇ। ਵਾਈਫ ਦਾ ਉਦੋਂ 3 ਮਹੀਨੇ ਰਹਿੰਦਾ ਸੀਗਾ ਅੱਗੇ, ਤੇ ਮੇਰਾ ਸਾਡਾ ਸਾਰਿਆਂ ਦਾ 3 ਮਹੀਨੇ ਦਾ ਹੀ ਰਹਿੰਦਾ ਸੀਗਾ, ਤੇ ਬੱਚੇ ਦਾ ਵੀ ਅਪਲਾਈ ਕੀਤਾ 4 ਮਹੀਨੇ ਹੋ ਗਏ, ਪਰ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਜੀ। ਵਰਕ ਪਰਮਿਟ ਅਪਲਾਈ ਕੀਤਾ ਸੀ, ਡਿਪੈਂਡੈਂਟ ਵੀਜ਼ਾ ਅਪਲਾਈ ਕੀਤੇ ਹੋਏ ਤੁਸੀਂ, ਰਾਈਟ, ਔਨ ਦਾ ਬੇਸਿਸ ਆਫ ਪੀਐਨਪੀ। ਹਾਂਜੀ ਹਾਂਜੀ, ਤੇ ਲੋ ਸਕਿਲਡ ਦਾ ਸੀਗਾ ਸਰ, ਮੇਰਾ ਲਾਈਟ ਡਿਊਟੀ ਕਲੀਨ ਸਟਾਰ ਕੱਟੀ ਦੇ ਵਿੱਚ ਸੀਗਾ ਜੀ। ਠੀਕ ਹੈ ਜੀ, ਤੇ ਤੁਸੀਂ ਉਹਦੀ ਵਰਕ ਪਰਮਿਟ ਦੀ ਵੇਟ ਕਰ ਰਹੇ ਹੋ, ਰਾਈਟ? ਹਾਂਜੀ, ਤੇ ਇੱਕ ਬੱਚਾ ਇਹਦਾ ਇੰਡੀਆ, ਉਹਦਾ ਵੀ ਨਾਲ ਹੀ ਕੀਤਾ ਸੀਗਾ 10 ਸਾਲ ਦਾ ਇੰਡੀਆ, ਉਹਦਾ ਸਟੱਡੀ ਪਰਮਿਟ, ਤੇ ਇੱਥੋਂ ਵਾਲੇ ਦਾ ਵੀ ਸਟੱਡੀ ਪਰਮਿਟ, ਤੇ ਵਾਈਫ ਦਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀਗਾ 19 ਮਈ ਨੂੰ, 4 ਮਹੀਨੇ ਹੋ ਗਏ। ਤੇ ਤੁਸੀਂ ਕਹਿ ਰਹੇ ਹੋ ਅਜੇ ਤੱਕ ਰਿਪਲਾਈ ਨਹੀਂ ਆਇਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਸਰੀ ਤੋਂ ਬੋਲ ਰਹੇ ਨੇ ਜੀ। ਮੈਮ ਵਾਈਫ ਨੇ ਮਤਲਬ +2 ਇੰਡੀਆ ਤੋਂ ਸੀ, ਤੇ ਇੱਥੇ 2 ਸਾਲ ਦਾ ਡਿਪਲੋਮਾ ਕੀਤਾ, ਉਸ ਤੋਂ ਬਾਅਦ ਨੌਕਰੀ ਦੀ ਜੌਬ ਕਰਦੀ, 1 ਸਾਲ ਦਾ ਐਕਸਪੀਰੀਅੰਸ ਹੋ ਗਿਆ ਸੁਪਰਵਾਈਜ਼ਰ ਫੂਡ ਦਾ, ਤੇ 2 ਸਾਲ ਦਾ ਵਰਕ ਪਰਮਿਟ ਬਾਕੀ ਹੈ। ਸਾਨੂੰ ਹੁਣ ਮੂਵ ਹੋ ਜਾਣਾ ਚਾਹੀਦਾ ਕਿ ਜਾਂ ਮਤਲਬ ਪ੍ਰੋਗਰਾਮ ਦੀ ਵੇਟ ਕਰ ਲੈਣੀ ਚਾਹੀਦੀ ਆ? ਜੇ ਮੂਵ ਹੋਣਾ ਚਾਹੀਦਾ ਕਿ ਸਕੈਚਮਨ ਬੈਟਰ ਰਹੂਗਾ ਜਾਂ ਅਲਬਰਟਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਪਹਿਲਾਂ ਜਿਨ੍ਹਾਂ ਨੇ ਵੈਨਕੂਵਰ ਦੀ ਗੱਲ ਕੀਤੀ ਸੀ ਕਿ ਪਿੱਛੋਂ ਕੋਈ ਆ ਤਾਂ ਨਹੀਂ ਜਾਏਗਾ ਰਿਜ਼ਲਟ, ਤੇ ਸਾਨੂੰ ਬੁਲਾਉਣਾ ਪਵੇ, 6 ਮਹੀਨੇ ਲਈ ਉਹ ਟਰੈਵਲ ਕਰਨਾ ਚਾਹੁੰਦੇ ਨੇ। ਤੁਸੀਂ ਆਪਣਾ ਟਰੈਵਲ ਕਰੋ ਜੀ, ਇੰਡੀਆ ਦੇ ਮਜ਼ੇ ਲਓ ਜਾ ਕੇ, ਤੇ ਜੇ ਕੋਈ ਆਏਗਾ ਤੇ ਉਹ ਉਸ ਟਾਈਮ ਤੇ ਦੇਖਿਆ ਜਾਏਗਾ, ਬਟ that should be okay। ਤੁਹਾਡੇ ਕੋਲ ਗ੍ਰੀਨ ਕਾਰਡ ਪਹਿਲੇ ਹੀ ਹੈਗਾ, ਤਾਂ ਤੁਹਾਨੂੰ ਕੋਈ ਇਸ਼ੂ ਹੋਣਾ ਨਹੀਂ ਚਾਹੀਦਾ ਜੀ। ਜੀ ਨੈਕਸਟ ਸੀਗਾ ਜਿਨ੍ਹਾਂ ਨੇ ਕਿਹਾ ਸੀਗਾ ਕਿ ਵਾਈਫ ਦਾ ਤੇ ਡਿਪੈਂਡੈਂਟ ਬੱਚਿਆਂ ਦਾ ਜਿਹੜਾ ਉਹਨਾਂ ਨੇ ਕੀਤਾ ਹੋਇਆ ਵਾ, ਅਪਲਾਈ ਕੀਤਾ ਹੋਇਆ, ਅਜੇ ਤੱਕ ਕੁਝ ਆਇਆ ਨਹੀਂ ਹੈ ਜੀ। 157 to 167 ਡੇਜ਼ ਦਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ, ਸੋ ਤੁਸੀਂ ਵਿਦਿਨ ਸਟੈਂਡਰਡ ਟਾਈਮ ਲਿਮਿਟਸ ਦੇ ਵਿੱਚ ਹੈਗੇ ਹੋ, ਤੇ ਕੋਈ ਇਸ਼ੂ ਹੋਣਾ ਨਹੀਂ ਚਾਹੀਦਾ ਜੀ। ਸਰੀ ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਮੂਵ ਹੋਣਾ ਬੈਟਰ ਆਪਸ਼ਨ ਹੈ ਜਾਂ ਸਸਕੈਚੁਅਨ ਤੇ ਅਲਬਰਟਾ 'ਚ ਕਿਹੜਾ ਬੈਟਰ ਹੋ ਸਕਦਾ ਆ? ਜੀ ਬਿਲਕੁਲ, ਜੇ ਸੈਸਕੈਚੁਅਨ ਕੈਨ ਬੀ ਅ ਵੈਰੀ ਗੁੱਡ ਆਪਸ਼ਨ ਜੀ, ਕਿਉਂਕਿ ਉੱਥੇ 6 ਮਹੀਨੇ ਦੇ ਬਾਅਦ ਵੀ ਤੁਹਾਡੀ ਪੀਐਨਪੀ ਲੱਗ ਸਕਦੀ ਹੈ, ਪ੍ਰੋਵਾਈਡਡ EMPLOYER ਤੁਹਾਨੂੰ ਸਪੋਰਟ ਕਰਦਾ ਹੈਗਾ ਪੀਐਨਪੀ ਦੇ ਵਿੱਚ, ਸੋ ਉਹ ਆਪਸ਼ਨ ਤੁਹਾਡੇ ਕੋਲ ਐਗਜ਼ਿਸਟ ਕਰੇਗੀ। ਤੁਸੀਂ ਇੱਕ ਵਾਰੀ ਜੇ ਹੋਰ ਡੈਪਥ ਦੇ ਵਿੱਚ ਨੌਲੇਜ ਲੈਣਾ ਚਾਹੁੰਦੇ ਹੋ, ਤੇ ਤੁਸੀਂ ਸਾਨੂੰ ਆਫਿਸ ਦੇ ਵਿੱਚ ਕਾਲ ਕਰਕੇ ਵੀ ਕੈਨ ਗਿਵ ਯੂ ਸੁਜੈਸਟ ਯੂ ਕਿ ਕਿਹੜੀ ਆਪਸ਼ਨ ਤੁਹਾਡੇ ਵਾਸਤੇ ਬੈਟਰ ਹੋ ਸਕਦੀ ਹੈ। ਜੀ ਬਿਲਕੁਲ, ਆਪਾਂ ਵਾਪਸ ਆਪਣੇ ਟੌਪਿਕ ਤੇ ਆਈਏ। ਪਿਲਰਸ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਦੇ ਰਹੇ ਸੀ। ਬਿਲਕੁਲ ਤਰਨ ਜੀ, ਉਹਨਾਂ ਨੇ ਸੈਕਿੰਡ ਪਿਲਰ ਦੇ ਵਿੱਚ ਇਹੀ ਕਿਹਾ ਕਿ ਸਾਨੂੰ ਫ੍ਰੈਂਕੋਫੋਨਸ ਵੀ ਚਾਹੀਦੇ ਨੇ, ਫ੍ਰੈਂਚ ਸਪੀਕਿੰਗਸ ਵੀ ਚਾਹੀਦੇ ਨੇ, ਸੋ ਸਾਨੂੰ ਸੋ ਅਲਟੀਮੇਟਲੀ ਕਰਕਸ ਸਾਰੇ 1 2 3 4 5 ਪਿਲਰਸ ਦਾ ਇਹੀ ਹੈਗਾ ਕਿ ਕੈਨੇਡੀਅਨ ਇੱਕ ਪੋਪੂਲੇਸ਼ਨ ਗਰੋ ਨਹੀਂ ਕਰ ਰਹੀ, ਸੋ ਉਹਨੂੰ ਗਰੋ ਕਰਾਉਣ ਵਾਸਤੇ ਵੀ ਨੀਡ ਲੋਟ ਆਫ ਇਮੀਗ੍ਰੈਂਟਸ ਟੂ ਕਮ ਟੂ ਕੈਨੇਡਾ। ਹੁਣ ਕੈਨੇਡੀਅਨ ਇਮੀਗ੍ਰੈਂਟਸ ਜਿਹੜੇ ਆ ਜਾਣਗੇ, ਜਿਹੜੇ ਵਰਕ ਪਰਮਿਟ ਤੇ ਹੈਗੇ ਨੇ, ਸਟੂਡੈਂਟਸ ਹੈਗੇ ਨੇ, ਉਹਨਾਂ ਨੂੰ ਪੱਕੇ ਕਰਨ ਵਾਸਤੇ ਡਿਫਰੈਂਟ ਪ੍ਰੋਗਰਾਮਸ ਹੈਗੇ ਵੀ ਨੇ, ਐਗਜ਼ਿਸਟ ਵੀ ਕਰ ਰਹੇ ਨੇ, ਆਉਣਗੇ ਵੀ, ਹੋਰ ਨਵੇਂ ਪ੍ਰੋਗਰਾਮਸ ਵੀ ਇੰਪਲੀਮੈਂਟ ਹੋਣਗੇ। ਹੁਣ ਫ੍ਰੈਂਚ ਸਪੀਕਿੰਗ, ਨਾਰਮਲੀ ਕਿਊਬੈਕ ਇਜ਼ ਦ ਫ੍ਰੈਂਚ ਸਪੀਕਿੰਗ ਪ੍ਰੋਵਿੰਸ, ਉਸ ਤੋਂ ਇਲਾਵਾ ਨਿਊ ਬ੍ਰੰਸਵਿਕ ਵੀ ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਫ੍ਰੈਂਚ ਸਪੀਕਿੰਗ, ਰਾਈਟ, ਬਿਕੋਜ਼ ਉੱਥੇ ਵੀ ਫਸਟ ਲੈਂਗੁਏਜ ਜਾਂ ਸੈਕਿੰਡ ਲੈਂਗੁਏਜ ਵਕਨ ਫ੍ਰੈਂਚ ਇਜ਼ ਦ ਮੇਨ ਲੈਂਗੁਏਜ ਦੇਅਰ। ਹੁਣ ਬਾਕੀ ਪ੍ਰੋਵਿੰਸਿਸ ਜਿਸ ਤਰ੍ਹਾਂ ਓਨਟਾਰੀਓ ਹੋ ਗਿਆ, ਬਾਕੀ BC ਹੋ ਗਿਆ, ਐਲਬਰਟਾ ਹੋ ਗਿਆ, ਸੈਸਕੈਚੁਅਨ, ਹੁਣ ਉੱਥੇ ਵੀ ਜਿਹੜਾ ਪਰਸੈਂਟੇਜ ਆਫ ਫ੍ਰੈਂਕੋਫੋਨ ਸਪੀਕਿੰਗ ਐਪਲੀਕੈਂਟਸ ਹੈਗਾ ਉਹ ਵਧਾਈ ਜਾ ਰਹੀ ਹੈ, ਤਾਂ ਕਿ ਉਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਜਾ ਕੇ ਫ੍ਰੈਂਚ ਸਪੀਕਿੰਗ ਐਪਲੀਕੈਂਟਸ ਫ੍ਰੈਂਕੋਫੋਨਸ ਰਹਿ ਸਕਣ, ਇਮੀਗ੍ਰੇਸ਼ਨ ਲੈ ਸਕਣ। ਸੋ ਉਹ ਜਿਹੜਾ ਟਾਰਗੇਟ ਹੈਗਾ 4.4% ਤੇ ਬੈਠਾ ਹੋਇਆ। ਸੋ ਹੁਣ ਜਿਸ ਤਰ੍ਹਾਂ ਤਰਨ ਪ੍ਰੋਗਰਾਮਸ ਹੈਗੇ ਨੇ, ਜਿਸ ਤਰ੍ਹਾਂ RNIP ਪ੍ਰੋਗਰਾਮਸ ਹੋ ਗਏ, ਰੂਰਲ ਐਂਡ ਨਦਰਨ ਇਮੀਗ੍ਰੇਸ਼ਨ ਪਾਇਲਟਸ ਪ੍ਰੋਗਰਾਮ
ਪ੍ਰੋਗਰਾਮਸ ਹੁਣ ਇਸੇ ਤਰ੍ਹਾਂ ਮਿਊਨਿਸਪਲ ਲੈਵਲ ਦੇ ਉੱਤੇ ਵੀ ਨਵੇਂ ਪ੍ਰੋਗਰਾਮਸ ਲੈ ਕੇ ਆਏ ਜਾ ਰਹੇ ਨੇ ਸੋ ਮਿਊਨਿਸਪੈਲਿਟੀ ਡਿਸਾਈਡ ਕਰੇਗੀ ਕਿ ਸਾਡੇ ਮਿਊਨਿਸਪੈਲਿਟੀ ਦੇ ਵਿੱਚ ਕਿਹੜੀ ਸ਼ਾਰਟੇजेस ਹੈਗੀਆਂ ਜਿਸ ਤਰ੍ਹਾਂ ਤੁਹਾਨੂੰ ਯਾਦ ਹੈ RNIP ਦੀ ਜਿਹੜੀਆਂ ਆਈਆਂ ਸੀ ਉਹਨਾਂ ਦਾ ਰਿਜ਼ਲਟਸ ਬਹੁਤ ਅੱਛਾ ਆਉਣਾ ਸ਼ੁਰੂ ਹੋ ਗਿਆ ਦੁਬਾਰਾ ਹੁਣ ਤਕਰੀਬਨ ਹਰ ਇੱਕ ਮਿਊਨਿਸਪੈਲਿਟੀ ਨੂੰ 125 ਐਪਲੀਕੇਸ਼ਨ ਦਾ 125 ਐਪਲੀਕੇਸ਼ਨ ਦੇ ਆਸ-ਪਾਸ ਦਾ ਕੋਟਾ ਦਿੱਤਾ ਜਾਏਗਾ ਸਾਲ ਦੇ ਵਿੱਚ ਤੁਸੀਂ ਇੰਨੇ ਨੋਮੀਨੇਸ਼ਨ ਦੇ ਸਕਦੇ ਹੈਗੇ ਹੋ ਸੋ ਉੱਥੇ ਉਹ ਆਪਣੇ ਪ੍ਰੋਵਿੰਸ ਆਪਣੀ ਮਿਊਨਿਸਪੈਲਿਟੀ ਦੇ ਵਿੱਚ ਦੇਖਣਗੇ ਕਿਹੜੇ ਬਿਜ਼ਨਸਮੈਨ ਹੈਗੇ ਨੇ ਜਿਹੜੇ ਸਫਰ ਕਰ ਰਹੇ ਨੇ ਕਿਹੜੇ EMPLOYERS ਹੈਗੇ ਨੇ ਜਿਹੜੇ ਸਫਰ ਕਰ ਰਹੇ ਨੇ ਤੇ ਉਹਨਾਂ ਨੂੰ ਉਹ ਅਪਰੂਵਲਸ ਦਿੱਤੀਆਂ ਜਾਣਗੀਆਂ ਸੋ ਹੈਲਥ ਕੇਅਰ ਹੁਣ ਇਨ ਡਿਮਾਂਡ ਆਕੂਪੇਸ਼ਨ ਦੇ ਵਿੱਚ ਘੱਟ ਐਜੂਕੇਸ਼ਨ ਦੇ ਨਾਲ ਪਰਮਾਨੈਂਟ ਰੈਜ਼ੀਡੈਂਸੀ ਕੀ ਹੋਏਗੀ ਉਹਦੇ ਉੱਤੇ ਵੀ ਐਕਸਪੈਂਸ਼ਨ ਦੀ ਗੱਲ ਹੋ ਰਹੀ ਹੈ ਸੋ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਇਸ ਚੋਂ ਨਿਕਲ ਕੇ ਆ ਰਹੀਆਂ ਬਟ ਇੰਪਲੀਮੈਂਟੇਸ਼ਨ ਡੇਟ ਕੀ ਹੈਗੀ ਹੈ ਉਹਦੇ ਤੇ ਹਲੇ ਆਣਾ ਬਾਕੀ ਹੈਗਾ ਬਿਕੋਜ਼ ਹਲੇ ਇਹ ਲਾਅ ਵੀ ਬਣਨਾ ਹੈਗਾ ਲਾਅ ਬਣਨ ਤੋਂ ਬਾਅਦ ਇੰਪਲੀਮੈਂਟੇਸ਼ਨ ਹੋਣਾ ਸੋ ਜਿਹੜਾ ਬੱਚੇ ਮੈਨੂੰ ਪੁੱਛ ਰਹੇ ਸੀਗੇ ਕਿ ਅਸੀਂ ਮੂਵ ਹੋਈਏ ਨਾ ਹੋਈਏ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਮੂਵ ਨਾਓ ਪਲਾਨ ਬੀ ਇਹਨੂੰ ਪਲਾਨ ਬੀ ਰੱਖੋ ਜਦੋਂ ਆਏਗਾ ਤਾਂ ਵਰਕ ਔਨ ਦਿਸ ਬਟ ਐਜ਼ ਆਫ ਟੁਡੇ ਉਸ ਪ੍ਰੋਗਰਾਮ ਤੇ ਕੰਮ ਕਰੋ ਜਿਹੜਾ ਅੱਜ ਦੀ ਤਰੀਕ ਤੁਹਾਡੇ ਵਾਸਤੇ ਕੰਮ ਕਰ ਰਿਹਾ ਬਿਲਕੁਲ ਜੀ ਨੈਕਸਟ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਅਸੀਂ ਇਹ ਤਾਂ ਸਰੀ ਤੋਂ ਬੋਲਦੇ ਜੀ ਅਸੀਂ ਪੁੱਛਣਾ ਸੀਗਾ ਵੀ ਅਸੀਂ ਹੈਗੇ ਸੁਪਰਵਾਈਜ਼ਰ ਦੇ ਤੇ ਪਰਮਾਨੈਂਟ ਫਾਈਲਾਂ ਕਦੋਂ ਖੁੱਲਣਗੀਆਂ ਪਰਮਾਨੈਂਟ ਫਾਈਲਸ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸੀ ਤੁਸੀਂ ਟੀਵੀ ਸਕਰੀਨ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਕਾਲ ਕਰਨ ਲਈ ਜੀ ਸਰ ਜੀ ਪੇਰੈਂਟਸ ਦੀ ਅਪਡੇਟ ਜਿਹੜੀਆਂ ਹੈਗੀਆਂ ਅਗਲੇ ਮਹੀਨੇ ਐਕਸਪੈਕਟਡ ਹੈਗੀਆਂ ਜੀ ਅਕਤੂਬਰ ਦੇ ਮਹੀਨੇ ਦੇ ਵਿੱਚ ਸੋ 2 ਹਫ਼ਤਿਆਂ ਦਾ ਵੇਟ ਹੋ ਰਿਹਾ ਤੁਹਾਡਾ ਤੇ ਹੋਪਫੁਲੀ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਵਿਲ ਹੈਵ ਮੋਰ ਇਨਫੋਰਮੇਸ਼ਨ ਔਨ ਥੀਸ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਜਾਣਕਾਰੀ ਦਿੱਤੀ ਇਹਦੇ ਬਾਰੇ ਵਿੱਚ ਇਹ ਵੀ ਮਿਨਿਸਟਰ ਨੇ ਕਿਹਾ ਵਾ ਕਿ 2022 ਦੇ ਐਂਡ ਤੱਕ ਮੈਜੋਰਟੀ ਆਫ ਦਾ ਜਿਹੜੀਆਂ ਐਪਲੀਕੇਸ਼ਨਸ ਪ੍ਰੋਸੈਸ ਕਰ ਦਿੱਤੀਆਂ ਜਾਣਗੀਆਂ ਸੋ ਇਹ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਪੈਂਡਿੰਗ ਪ੍ਰੋਗਰਾਮਸ ਜਾਂ ਪੈਂਡਿੰਗ ਫਾਈਲਸ ਅਜੇ ਪਈਆਂ ਸੀ ਕੁਛ ਨਾ ਕੁਛ ਆਉਣ ਵਾਲੇ ਦਿਨਾਂ ਵਿੱਚ ਰਿਜ਼ਲਟ ਛੇਤੀ ਦੇਖਣ ਨੂੰ ਮਿਲ ਸਕਦਾ ਆ ਕੋਈ ਸ਼ੱਕ ਨਹੀਂ ਤਰਨ ਜੀ ਬਿਕੋਜ਼ ਇਮੀਗ੍ਰੇਸ਼ਨ ਮਿਨਿਸਟਰ ਇਸ ਟਾਈਮ ਐਂਡ IRCC ਇਸ ਟਾਈਮ ਪੂਰੇ ਫੋਕਸਡ ਹੈਗੇ ਨੇ ਆਪਣੇ ਬੈਕਲੌਗ ਨੂੰ ਖਤਮ ਕਰਨ ਵਾਸਤੇ ਐਂਡ ਖਾਸ ਕਰ 2.4 ਦੇ ਵਿੱਚ 1.1 ਮਿਲੀਅਨ ਐਪਲੀਕੇਸ਼ਨਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਸਰਵਿਸ ਸਟੈਂਡਰਡ ਦੇ ਵਿੱਚ ਹੈਗੀਆਂ ਬਟ 1.3 ਇਹੋ ਜਿਹੀਆਂ ਹੈਗੀਆਂ ਜਿਹੜੀਆਂ ਟਾਈਮ ਜ਼ਿਆਦਾ ਹੋ ਚੁੱਕਾ ਸੋ ਉਹਨਾਂ ਨੂੰ ਫਿਨਿਸ਼ ਕਰਨ ਵਾਸਤੇ ਨਵੇਂ ਆਫੀਸਰਸ ਵੀ ਹਾਇਰ ਕੀਤੇ ਗਏ ਨੇ ਬਟ ਯੈਸ ਚੀਜ਼ਾਂ ਨੂੰ ਇੰਪਲੀਮੈਂਟੇਸ਼ਨਸ ਹੁੰਦਿਆਂ ਐਕਚੁਅਲੀ ਪ੍ਰੋਸੈਸ ਹੁੰਦਿਆਂ ਗਰਾਊਂਡ ਲੈਵਲ ਤੇ ਉਹਨੂੰ ਟਾਈਮ ਲੱਗਦਾ ਹੈਗਾ ਸੋ ਤੁਸੀਂ ਸਹੀ ਕਿਹਾ ਜੀ ਮਿਨਿਸਟਰ ਨੇ ਅਗਲੇ 2023 ਦੇ ਐਂਡ ਤੱਕ ਕਿਹਾ ਹੈਗਾ ਬਟ ਅਗਲੇ 4-5-6 ਮਹੀਨਿਆਂ ਦੇ ਵਿੱਚ ਸਾਨੂੰ ਕੰਕਰੀਟ ਰਿਜ਼ਲਟਸ ਗਰਾਊਂਡ ਲੈਵਲ ਤੇ ਨਜ਼ਰ ਆਣੇ ਸ਼ੁਰੂ ਹੋ ਜਾਣਗੇ ਤੁਸੀਂ ਗੱਲ ਕੀਤੀ ਜਿਵੇਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਕੈਨੇਡਾ ਦੀ ਆਪਣੀ ਪੋਪੂਲੇਸ਼ਨ ਆਉਣ ਵਾਲੇ 10 ਸਾਲਾਂ ਵਿੱਚ ਇਹਨਾਂ ਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਆ ਹੋਰ ਜ਼ਿਆਦਾ ਅਜਿਹੇ ਵਿੱਚ ਜਦੋਂ ਹਰ ਸਾਲ ਦੀ ਗੱਲ ਕੀਤੀ ਜਾਂਦੀ ਹੈ ਜਿੰਨਾ ਕਿ ਇਹਨਾਂ ਦਾ ਕੋਟਾ ਹੈਗਾ ਸਿਸਟਮ ਇਮੀਗ੍ਰੇਸ਼ਨ ਦਾ ਉਹਨੇ ਤਾਂ ਆਲਮੋਸਟ ਇਹਨਾਂ ਕੋਲ ਸਟੂਡੈਂਟਸ ਹੀ ਆ ਜਾਂਦੇ ਆ ਪਰ ਸਟੂਡੈਂਟਸ ਕੈਟਾਗਰੀ ਵਿੱਚ ਸਿਰਫ 60,000 ਨੂੰ ਹੀ ਜਿਹੜੀ PR ਦਿੱਤੀ ਜਾਂਦੀ ਆ ਬਾਕੀਆਂ ਦਾ ਫਿਰ ਫਿਊਚਰ ਦਾ ਕੀ ਤਰਨ ਐਸੇ ਵਾਸਤੇ ਆ ਟੀਆਰ ਟੂ ਪੀਆਰ ਲਿਆ ਰਿਹਾ ਐਂਡ ਕੱਲਾ 60,000 ਨਹੀਂ ਦਿੱਤੀ ਜਾਂਦੀ ਤਰਨ ਬੇਸਿਕਲੀ ਐਕਸਪ੍ਰੈਸ ਐਂਟਰੀ ਡਿਫਰੈਂਟ ਪ੍ਰੋਗਰਾਮ ਐਗਜ਼ਿਸਟ ਕਰਦੇ ਨੇ ਕੈਨੇਡਾ ਦੇ ਵਿੱਚ ਅਸੀਂ ਗੱਲ ਕਰੀਏ ਤਕਰੀਬਨ 85 ਤੋਂ 87 ਪ੍ਰੋਗਰਾਮ ਐਗਜ਼ਿਸਟ ਕਰਦੇ ਨੇ ਡਿਫਰੈਂਟ ਪ੍ਰੋਵਿੰਸਸ ਦੇ ਪੀਆਰ ਦੇ ਲੈਣ ਦੇ ਸੋ ਅਲੱਗ-ਅਲੱਗ ਸਟੂਡੈਂਟਸ ਡਿਫਰੈਂਟ ਪ੍ਰੋਗਰਾਮਸ ਦਾ ਫਾਇਦਾ ਲੈਂਦੇ ਨੇ ਜੀ ਕੁਝ PNPs ਦਾ ਫਾਇਦਾ ਲੈਂਦੇ PNP ਕਿਸ ਪ੍ਰੋਵਿੰਸ ਦਾ ਲੈ ਰਹੇ ਨੇ ਉਹ ਡਿਪੈਂਡ ਕਰਦਾ ਹੈਗਾ ਆ ਉਸ ਤੋਂ ਬਾਅਦ ਤੁਹਾਡੀ ਕੀ ਐਜੂਕੇਸ਼ਨ ਲੈ ਕੇ ਆਏ ਹੋ ਤੁਸੀਂ ਰਿਸਰਚ ਕਰਕੇ ਆਏ ਹੋ PhD ਕਰਕੇ ਆਏ ਹੋ ਮਾਸਟਰਸ ਕਰਕੇ ਆਏ ਹੋ ਤਾਂ ਉਹ ਸਟਰੀਮ ਸਾਰੀਆਂ ਐਗਜ਼ਿਸਟ ਕਰਦੀਆਂ ਕੁਝ ਐਂਟਰਪ੍ਰੀਨਿਓਰਸ ਹੁੰਦੇ ਨੇ ਉਹਨਾਂ ਵਾਸਤੇ ਅਲੱਗ ਸਟਰੀਮ ਐਗਜ਼ਿਸਟ ਕਰਦੀ ਹੈਗੀ ਹੈ ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ 99% ਆਫ them will get permanent residency no matter what provided ਉਹ ਪੜ੍ਹਾਈ ਕਰਿਓ ਜਿਵੇਂ ਕਿ ਨਿਊਜ਼ 'ਚ ਨਾ ਆਵੇ ਅੱਜ ਕੱਲ੍ਹ ਜਿਵੇਂ ਨਿਊਜ਼ ਦੇ ਵਿੱਚ ਨਾ ਆਵੇ ਇੱਕ ਪੜ੍ਹਾਈ ਕਰੇ ਤੇ ਆਪਣੇ ਕੈਰੀਅਰ ਦੇ ਉੱਤੇ ਫੋਕਸ ਰੱਖਣ ਐਂਡ ਆ ਸੋਚੇ ਕਿ ਮੇਰੀ ਫੈਮਿਲੀ ਪਿੱਛੇ ਬੈਠੀ ਹੈ ਮੇਰੇ ਮਾਪਿਓ ਨੇ ਬੜੇ ਔਖੇ ਹੋ ਕੇ ਮੈਨੂੰ ਕਈ ਸਰਫੇ ਕਰਕੇ ਇੱਥੇ ਪੜ੍ਹਨ ਵਾਸਤੇ ਭੇਜਿਆ ਆਈ ਹੈਵ ਟੂ look after my parents as well and I have to make my career PNP ਦੀ ਆਪਸ਼ਨ ਦੀ ਜੇ ਤੁਸੀਂ ਗੱਲ ਕਰਦੇ ਹੋ ਆਪਾਂ ਇਨਸਾਈਡ ਕੈਨੇਡਾ ਲਈ ਤਾਂ ਹਮੇਸ਼ਾ ਆਪਸ਼ਨਸ ਦੀ ਗੱਲ ਕਰਦੇ ਹਾਂ ਜਿਹੜੇ ਆਊਟਸਾਈਡ ਕੈਨੇਡਾ ਨੇ ਉਹ ਵੀ ਕੀ PNP ਦੇ ਜ਼ਰੀਏ ਅਪਲਾਈ ਕਰ ਸਕਦੇ ਨੇ ਤਰਨ ਜੀ ਹਰ ਪ੍ਰੋਵਿੰਸ ਦੇ ਆਪਣੇ PNP ਪ੍ਰੋਗਰਾਮਸ ਹੈਗੇ ਨੇ ਐਂਡ ਓਨਟਾਰੀਓ ਨੂੰ ਲੈ ਲਈਏ ਨੋਵਾ ਸਕੋਸ਼ੀਆ ਨਿਊ ਬ੍ਰਾਂਜ਼ਵਿਕ ਨਿਊ ਫਾਊਂਡਲੈਂਡ ਬ੍ਰਿਟਿਸ਼ ਸੋ PNP ਸਰਟੀਫਿਕੇਟਸ ਵੈਸੇ ਵੀ ਇਸ਼ੂ ਕੀਤੇ ਜਾਂਦੇ ਨੇ ਸੋ PNPs ਇਹ ਨਹੀਂ ਕਿ ਜ਼ਰੂਰੀ ਤੁਸੀਂ ਕੈਨੇਡਾ ਦੇ ਵਿੱਚ ਹੋ ਤੁਸੀਂ ਕੈਨੇਡਾ ਤੋਂ ਬਾਹਰ ਵੀ ਬੈਠੇ ਹੋ ਤਾਂ ਵੀ ਤੁਸੀਂ PNP ਪ੍ਰੋਗਰਾਮਸ ਦਾ ਫਾਇਦਾ ਲੈ ਸਕਦੇ ਹੋ ਐਂਡ ਇਹ ਵੀ ਨਹੀਂ ਕਿ ਤੁਹਾਡੇ ਕੋਲ ਖਾਸ ਸਕਿੱਲ ਸੈਟਸ ਹੋਣੇ ਚਾਹੀਦੇ ਨੇ ਉੱਥੇ PNPs ਦੇ ਵਿੱਚ ਤੁਹਾਨੂੰ ਸਭ ਤੋਂ ਵੱਡਾ ਐਡਵਾਂਟੇਜ ਹੈਗਾ ਕਿ ਤੁਹਾਡੀ ਏਜ ਜ਼ਿਆਦਾ ਹੈਗੀ ਹੈ ਦੈਟਸ ਓਕੇ ਐਜੂਕੇਸ਼ਨ ਘੱਟ ਹੈਗੀ ਹੈ ਦੈਟਸ ਓਕੇ ਆਈਲੈਟਸ ਦਾ ਸਕੋਰ ਤੁਹਾਡਾ ਘੱਟ ਹੈਗਾ ਤਾਂ ਦੈਟਸ ਓਕੇ ਐਜ਼ ਵੈਲ ਸੋ ਪਿਛਲੇ 10 ਸਾਲਾਂ ਦੇ ਵਿੱਚ 1 ਸਾਲ ਦਾ ਵੀ ਐਕਸਪੀਰੀਅੰਸ ਉਸ ਫੀਲਡ ਦੇ ਵਿੱਚ ਹੋਵੇ ਜਾਂ ਇਸ ਆਕੂਪੇਸ਼ਨ ਇਨ ਡਿਮਾਂਡ ਦੇ ਵਿੱਚ ਹੋਵੇ ਤੇ ਤੁਹਾਨੂੰ PNP ਇਸ਼ੂ ਕਰ ਦਿੰਦੇ ਪ੍ਰੋਵਾਈਡਡ ਤੁਹਾਡੇ ਕੋਲ EMPLOYER ਹੋਵੇ ਜੇ ਤੁਹਾਡਾ ਇਮੀਡੀਏਟ ਫੈਮਿਲੀ ਬੈਠਾ ਹੋਇਆ ਸੈਸਕੈਚੁਆਨ ਦੇ ਵਿੱਚ ਮੈਨੀਟੋਬਾ ਦੇ ਵਿੱਚ ਤੇ ਤੁਹਾਡੀ PR ਹੋਰ ਵੀ ਆਸਾਨ ਹੋ ਜਾਂਦੀ ਹੈਗੀ ਸੋ ਤੁਹਾਨੂੰ ਜੌਬ ਆਫਰ ਦੀ ਵੀ ਲੋੜ ਨਹੀਂ ਹੈਗੀਆਂ ਬਿਲਕੁਲ ਗੱਲ ਕਰਾਂਗੇ ਨੈਕਸਟ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ
ਜੀ ਮੈਂ ਪਹਿਲਾਂ ਵੀ ਕਾਲ ਕੀਤੀ ਸੀਗੀ ਆਪਣੇ ਸਰਨੇਮ ਅੱਗੇ ਬੰਨਣ ਬਾਰੇ ਤੇ ਮੈਨੂੰ ਜੀ ਪੁੱਛਣਾ ਸੀਗਾ ਕਿ ਪਾਸਪੋਰਟ 'ਚ ਤੇ ਮੇਰਾ ਨਾਮ ਸਹੀ ਕਰ ਦਿੰਦੇ ਹੋ ਕਿ ਵੀਜ਼ੇ ਵਿੱਚ ਕੋਈ ਪ੍ਰੋਬਲਮ ਹੈ ਜੀ ਸਰਨੇਮ ਠੀਕ ਕਰਨ 'ਚ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕੀ ਫਾਰਮੈਲਿਟੀ ਹੈ ਜੀ ਠੀਕ ਹੈ ਜੀ, ਟੀਵੀ ਤੇ ਆਨਸਰ ਸੁਣ ਲਿਓ ਜੀ। ਥੈਂਕ ਯੂ ਕਾਲ ਕਰਨ ਦੇ ਲਈ ਜੀ ਸਰ। ਜੀ ਤੁਹਾਨੂੰ ਆਪਣਾ ਪਾਸਪੋਰਟ ਅਮੈਂਡ ਕਰਾ ਕੇ ਆਪਣੀ ਐਪਲੀਕੇਸ਼ਨ ਵੀ ਠੀਕ ਕਰਵਾਉਣੀ ਪੈਣੀ ਬਿਕੋਜ਼ ਆਫਿਸਰ ਜਦੋਂ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ ਤੁਹਾਡੇ ਪਾਸਪੋਰਟ ਦੇ ਉੱਤੇ ਜਿਸ ਤਰ੍ਹਾਂ ਸਪੈਲਡ ਹੈਗਾ ਉਸੇ ਤਰ੍ਹਾਂ ਗ੍ਰਾਂਟ ਹੁੰਦਾ ਸੋ ਮੁਸ਼ਕਲ ਕੋਈ ਨਹੀਂ ਹੈਗੀ ਐਂਡ ਬਟ ਇਟ ਇਜ਼ ਆਲਵੇਜ਼ ਗੁੱਡ ਬੈਟਰ ਟੂ ਗੈਟ ਇਟ ਅਮੈਂਡਡ। ਜੀ ਬਿਲਕੁਲ, ਆਪਾਂ ਗੱਲ ਕਰ ਰਹੇ ਸੀਗੇ ਸਰ ਪੀਐਨਪੀ ਆਪਸ਼ਨਸ ਦੇ ਬਾਰੇ ਵਿੱਚ। ਤੁਸੀਂ ਕਿਹਾ ਕਿ ਬਾਹਰ ਬੈਠੇ ਵੀ ਇਸ ਦਾ ਫਾਇਦਾ ਲੈ ਸਕਦੇ ਆ ਪਰ ਬਸ਼ਰਤੇ ਕਿ EMPLOYER ਹੋਣਾ ਚਾਹੀਦਾ ਤੁਹਾਡੇ ਕੋਲ। ਜੀ ਹੁਣ ਤਰ੍ਹਾਂ ਆਪਾਂ ਜਿਸ ਤਰ੍ਹਾਂ ਗੱਲ ਕਰੀਏ ਪ੍ਰਿੰਸ ਐਡਵਰਡ ਆਈਲੈਂਡ ਨਰਸਿਸ ਨੂੰ ਡਿਮਾਂਡ ਕਰ ਰਿਹਾ ਇਸ ਟਾਈਮ ਤੇ। ਹੁਣ ਨਰਸਿਸ ਜਿਹੜੀਆਂ ਹੈਗੀਆਂ ਜਿਨ੍ਹਾਂ ਕੋਲ ਬੈਚਲਰਸ ਇਨ ਨਰਸਿੰਗ ਹੈਗਾ, ਜਿਨ੍ਹਾਂ ਦੇ 8777 ਹੈਗੇ ਨੇ, CLB 9 ਹੈਗਾ, 3 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਉਹ PNP ਸਟ੍ਰੇਟ ਇਸ਼ੂ ਹੋ ਰਿਹਾ। ਉੱਥੇ ਤੁਹਾਨੂੰ ਕੋਈ EMPLOYER ਦੀ ਲੋੜ ਨਹੀਂ, ਸਟ੍ਰੇਟ ਅਵੇ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਪ੍ਰੋਸੈਸ ਹੋ ਸਕਦੀ ਹੈਗੀ। ਬਟ ਅਗੇਨ ਹਰ ਪ੍ਰੋਗਰਾਮ ਡਿਫਰੈਂਟ ਇੰਡੀਵਿਜੂਅਲਸ ਨੂੰ ਟਾਰਗੇਟ ਕਰਕੇ ਬਣਾਇਆ ਗਿਆ, ਆਪਣੇ ਸਕਿੱਲ ਸੈਟ ਦੀ ਸ਼ਾਰਟੇਜਸ ਨੂੰ ਟਾਰਗੇਟ ਕਰਕੇ ਬਣਾਇਆ ਗਿਆ। ਸੋ ਆਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੈਟਰ ਹੁੰਦੀਆਂ ਜਾਣਗੀਆਂ। ਈਵਨ ਜਿਹੜਾ ਨੌਕ ਕੋਡ ਚੇਂਜਸ ਆ ਰਹੀਆਂ ਹੈਗੀਆਂ ਉਹ ਵੀ ਹਾਈਲਾਈਟ ਕੀਤਾ ਗਿਆ ਇਹਦੇ ਵਿੱਚ ਟੀਅਰ ਪਿਲਰ 3 ਦੇ ਵਿੱਚ। ਉਹਨਾਂ ਨੇ ਕਿਹਾ ਗਿਆ ਕਿ ਅਸੀਂ ਨੌਕ ਦੇ ਵਿੱਚ ਚੇਂਜਸ ਲੈ ਕੇ ਆ ਰਹੇ ਹਾਂ which will be helpful। ਉਹਦੇ ਵਿੱਚ ਉਹਨਾਂ ਨੇ 16 ਆਕੂਪੇਸ਼ਨਸ ਹਾਈਲਾਈਟ ਕੀਤੇ ਨੇ ਜਿਹੜੇ ਨੌਕ B ਦੇ ਵਿੱਚ ਮੂਵ ਕਰ ਰਹੇ ਨੇ, ਜਿਹਦੇ ਵਿੱਚ ਐਪਲੀਕੇਸ਼ਨ ਨੌਕ B ਦੇ ਨਾਲ ਆਪਣੀ ਵਰਕ ਪਰਮਿਟ ਦੇ ਨਾਲ ਡਿਪੈਂਡੈਂਟ ਐਪਲੀਕੇਸ਼ਨਸ ਵੀ ਲੱਗ ਸਕਣਗੀਆਂ ਐਂਡ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਜਾ ਸਕਣਗੇ। ਸੋ ਓਵਰਆਲ ਜੇ ਗੱਲ ਕਰੀਏ ਪਿਲਰ 1, ਪਿਲਰ 2, ਪਿਲਰ 3, ਪਿਲਰ 4, ਪਿਲਰ 5, ਕਰਕਸ ਇਹੀ ਨਿਕਲ ਕੇ ਆਉਂਦਾ ਹੈ ਕਿ ਕੈਨੇਡਾ ਇਜ਼ ਰੀਅਲੀ ਸ਼ਾਰਟ ਆਫ ਦ ਵਰਕਿੰਗ ਪੋਪੂਲੇਸ਼ਨ। ਕੈਨੇਡਾ ਨੂੰ ਵਰਕਿੰਗ ਪੋਪੂਲੇਸ਼ਨ ਬੜੀ ਵੱਡੀ ਨੰਬਰ ਦੇ ਵਿੱਚ ਚਾਹੀਦੀ ਹੈਗੀ ਹੈ ਐਂਡ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ 4 ਲੱਖ ਨਹੀਂ, ਅਸੀਂ ਵੀ ਵੁੱਡ ਬੀ ਕਾਲਿੰਗ ਇਨ ਐਟਲੀਸਟ 800,000 ਇਮੀਗ੍ਰੈਂਟਸ ਐਵਰੀ ਸਿੰਗਲ ਈਅਰ। ਓਕੇ, ਸੋ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ, ਮੈਨੀਟੋਬਾ ਨੇ ਵੀ ਹਾਲ ਹੀ ਦੇ ਵਿੱਚ 465 ਦਾ ਡਰਾ ਕੱਢਿਆ ਵਾ PNP ਦਾ। ਸੋ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪ੍ਰੋਵਿੰਸਸ ਵੀ ਜਿਹੜੀਆਂ ਡਰਾ ਕੱਢ ਰਹੀਆਂ ਨੇ, ਆਲਰੇਡੀ ਇਮੀਗ੍ਰੇਸ਼ਨ ਦਾ ਜਿਹੜਾ ਟੀਚਾ ਸੀਗਾ ਉਹਦੇ ਕਰੀਬ ਪਹੁੰਚ ਚੁੱਕੇ ਨੇ ਇਹ। ਬਿਲਕੁਲ ਤਰਨ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਅਗਲੇ 3 ਮਹੀਨੇ ਰਹਿ ਗਏ ਨੇ ਜੀ, ਅਕਤੂਬਰ, ਨਵੰਬਰ ਐਂਡ ਦਸੰਬਰ। ਸੋ ਅਗਲੇ 3 ਮਹੀਨਿਆਂ ਦੇ ਵਿੱਚ ਜਿੰਨਾ ਕੋਟਾ ਪ੍ਰੋਵਿੰਸਸ ਦਾ ਸੀਗਾ ਉਹ ਸਾਰਾ ਉਹਨਾਂ ਨੇ ਯੂਟਿਲਾਈਜ਼ ਕਰਨਾ ਹੈਗਾ। ਸੋ ਜੇ ਕਿਸੇ ਦੀ ਐਪਲੀਕੇਸ਼ਨ ਲੱਗੀ ਹੋਈ ਹੈ, ਦਿਸ ਵੁੱਡ ਬੀ ਪ੍ਰੋਬਬਲੀ ਦਾ ਬੈਸਟ ਟਾਈਮ ਬਿਕੋਜ਼ ਜਦੋਂ ਬਲਕ ਦੇ ਵਿੱਚ ਐਪਲੀਕੇਸ਼ਨਸ ਡਰਾਜ਼ ਆਊਟ ਹੁੰਦੇ ਨੇ ਤੇ ਸਾਰੇ ਐਪਲੀਕੈਂਟਸ ਨਿਕਲ ਜਾਂਦੇ ਨੇ। ਹੁਣ ਇਹਦੇ ਬਾਅਦ ਅਗਲੇ ਸਾਲ ਦੇ ਕੋਟੇ ਐਕਸਪੈਕਟਡ ਹੈਗੇ ਨੇ ਕਿ ਕੋਟਾਸ ਦੇ ਨੰਬਰ ਚੇਂਜ ਹੋਣ ਵਾਲੇ ਹੈਗੇ ਨੇ ਬਿਕੋਜ਼ ਜੇ ਇਮੀਗ੍ਰੇਸ਼ਨ ਲੈਵਲ ਵਧੇਗਾ ਤੇ ਪ੍ਰੋਵਿੰਸਸ ਦੇ ਕੋਟੇ ਵੀ ਵਧਣਗੇ। ਜਿਸ ਤਰ੍ਹਾਂ ਓਨਟਾਰੀਓ ਇਸ ਟਾਈਮ ਤੇ ਬੈਠਾ ਹੋਇਆ ਤਕਰੀਬਨ 10,000 ਦੇ ਕੋਟੇ ਤੇ ਬੈਠੇ ਹੋਏ ਨੇ। ਅਸੀਂ ਵੀ ਐਵਰੀ ਈਅਰ ਵੀ ਵਾਂਟ ਕਿ 10,000 ਸਾਨੂੰ ਉਹ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਓਨਟਾਰੀਓ ਦੇ ਹੈਗੇ ਨੇ, ਹੀ ਇਜ਼ ਆਸਕਿੰਗ ਫॉर 18,000 ਕੋਟਾ ਫॉर ਨੈਕਸਟ ਈਅਰ। ਸੋ ਆਹ ਰਿਨਿਊਅਲ ਐਗਰੀਮੈਂਟਸ ਵੀ ਡਰੂ ਹੈਗੇ ਨੇ ਫੈਡਰਲ ਐਂਡ ਪ੍ਰੋਵਿੰਸਸ ਦੇ, ਓਨਟਾਰੀਓ ਦੇ ਹੈਗੇ ਨੇ, ਸੈਸਕੈਚੁਅਨ ਦਾ, ਮੈਨੀਟੋਬਾ ਦਾ ਐਂਡ ਬਾਕੀ ਪ੍ਰੋਵਿੰਸਸ ਦੇ ਵੀ। ਐਂਡ ਇਹ ਚੇਂਜਸ ਵੀ ਅਗਲੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਉਂਸ ਕੀਤੀਆਂ ਜਾਣ ਕਿ ਕੋਟਾਸ ਪ੍ਰੋਵਿੰਸ ਦੇ ਵੀ ਵਧ ਰਹੇ ਨੇ। ਇਸ ਵਾਰੀ ਜਿਹੜੀਆਂ ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਿਆ ਉਹ ਵੀ ਲਗਭਗ 510 ਦਾ ਸਕੋਰਸ ਨਿਕਲੇ ਆ ਤੇ 3250 ਹੁਣ ਤੱਕ ਦਾ ਸਭ ਤੋਂ ਵੱਡਾ ਇਨਵੀਟੇਸ਼ਨ ਦਿੱਤਾ ਗਿਆ ਵਾ ਐਪਲੀਕੇਸ਼ਨਸ ਦਾ। ਤਰਨ ਜੀ ਅਗਲਾ ਡਰਾ ਜਿਹੜਾ ਹੋਏਗਾ ਉਹ ਤਕਰੀਬਨ 4000 ਦੇ ਆਸ-ਪਾਸ ਐਕਸਪੈਕਟ ਕਰ ਰਹੇ ਹਾਂ ਕਿ ਵੀ ਸ਼ੁੱਡ ਹੈਵ ਐਟਲੀਸਟ 4,000 ਇਨਵੀਟੇਸ਼ਨਸ ਇਨ ਦਾ ਨੈਕਸਟ ਡਰਾ ਐਂਡ ਹੋਪਫੁਲੀ ਉਹ ਡਰਾ ਜਿਹੜਾ ਹੈਗਾ ਆ 505 504 ਦੇ ਆਸ-ਪਾਸ ਜਾਣਾ ਚਾਹੀਦਾ। ਅਜੇ 500 ਤੋਂ ਨੀਚੇ ਨਹੀਂ ਆਉਂਦਾ। ਅਕਤੂਬਰ ਤੱਕ ਆ ਜਾਏਗਾ। ਓਕੇ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਮੈਂ ਐਡਮਿੰਟਨ ਤੋਂ ਬੋਲਦੀ ਹਾਂ। ਹਾਂਜੀ, ਮੇਰੀ ਦੋਤੀ ਅੱਗੇ ਇੱਥੇ 3 ਸਾਲ ਰਹਿ ਗਏ, ਨਿਊਜ਼ੀਲੈਂਡ ਚ ਸਿਟੀਜ਼ਨ ਆ ਉਦੋਂ, ਤੇ ਉਹਨਾਂ ਨੇ ਆਏ ਸੀ ਟੂਰ ਵੀਜ਼ੇ ਟੂਰ ਵਰਕ ਪਰਮਿਟ ਤੇ ਹੁਣ ਉਹ ਆਸਟ੍ਰੇਲੀਆ ਚ ਮੂਵ ਹੋ ਗਿਆ, ਉਹਨਾਂ ਨੂੰ ਇੱਥੇ ਵਰਕ ਪਰਮਿਟ ਮਿਲਿਆ ਨਹੀਂਗਾ। ਹਾਂ, ਆਸਟ੍ਰੇਲੀਆ ਤੇ ਅਪਲਾਈ ਕਰ ਸਕਦੇ ਆ? ਆਸਟ੍ਰੇਲੀਆ ਤੋਂ ਇੱਥੇ ਅਪਲਾਈ ਕਰ ਸਕਦੇ। ਟੀਵੀ ਸਕਰੀਨ ਤੇ ਆਨਸਰ ਸੁਣ ਲਿਓ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਬਿਲਕੁਲ ਜੀ, ਤੁਹਾਡੇ ਜਿਹੜੀ ਗ੍ਰੈਂਡ ਡਾਟਰ ਹੈਗੀ ਹੈ ਉਹ ਐਲੀਜੀਬਲ ਹੋਣੀ ਚਾਹੀਦੀ ਹੈਗੀ। ਤੁਸੀਂ ਉਹਨਾਂ ਦੀ ਸਾਰੀ ਡਿਟੇਲਸ ਉਹਨਾਂ ਨੂੰ ਕਹੋ ਕਿ ਸਾਡੇ ਆਫਿਸ ਨਾਲ ਕੰਟੈਕਟ ਕਰਕੇ ਸਾਰੀ ਡਿਟੇਲਸ ਸ਼ੇਅਰ ਕਰਨ।
ਉਹਨਾਂ ਦੀ ਏਜ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਐਕਸਪੀਰੀਅੰਸ, ਕੈਨੇਡਾ ਆ ਕੇ ਉਹਨਾਂ ਨੇ ਕੀ ਐਕਸਪੀਰੀਅੰਸ ਲਿੱਤਾ, ਕਿਸ ਨੌਕ ਦੇ ਉੱਤੇ ਕੰਮ ਕੀਤਾ, ਕਿਸ ਜੌਬ ਦੇ ਉੱਤੇ ਕੰਮ ਕੀਤਾ, ਆਇਲਟ ਦਾ ਸਕੋਰ ਕੀ ਹੈਗਾ, ਐਜੂਕੇਸ਼ਨ ਜੇ ਅਸੈਸਮੈਂਟ ਕਰਾਈਆਂ ਹੋਈਆਂ ਕੀ ਆਈਆਂ ਹੈਗੀਆਂ। ਜਦੋਂ ਸਾਰੀ ਡਿਟੇਲਸ ਉਹਨਾਂ ਦੀ ਤੇ ਉਹਨਾਂ ਦੇ ਸਪਾਊਸ ਦੀ ਭੇਜੋਗੇ, ਵੀ ਵੁੱਡ ਬੀ ਇਨ ਅ ਬੈਟਰ ਪੋਜੀਸ਼ਨ ਟੂ ਸੁਜੈਸਟ ਯੂ ਕਿ ਉੱਥੇ ਬਾਹਰ ਬੈਠਿਆਂ ਉਹਨਾਂ ਦੀ ਐਪਲੀਕੇਸ਼ਨ ਕਿਸ ਤਰ੍ਹਾਂ ਪ੍ਰੋਸੈਸ ਹੋ ਸਕਦੀ, ਕਿਹੜਾ ਪ੍ਰੋਗਰਾਮ ਉਹਨਾਂ ਵਾਸਤੇ ਬੈਸਟ ਸੂਟਡ ਰਹੇਗਾ। ਐਟਲਾਂਟਿਕ ਪ੍ਰੋਵਿੰਸਸ ਦੀ ਜਦੋਂ ਗੱਲ ਕਰਦੇ ਹਾਂ, ਮੇਰੇ ਬੈਠੇ ਹੋਣੀ ਦਿਮਾਗ ਦੇ ਵਿੱਚ ਕੁਐਸਚਨ ਆਇਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਵੀਜ਼ਾ ਦੇ ਬਾਰੇ ਵਿੱਚ ਕਿ ਇੱਥੇ ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ ਨੇ, ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ। ਜਿਹੜੇ ਇੱਥੇ ਖਾਸ ਤੌਰ ਤੇ ਟੂਰਿਸਟ ਵੀਜ਼ਾ ਵਾਲੇ ਆਏ ਹੋਏ ਨੇ ਤੇ ਇੱਥੇ ਉਹਨਾਂ ਨੂੰ ਲੱਗਦਾ ਹੈ ਕਿ ਚਾਹੇ ਉਹ ਜ਼ਿਮੀਂਦਾਰ ਹੋਣ ਜਾਂ ਪਿੱਛੋਂ ਕੋਈ ਬਿਜ਼ਨਸ ਕਰਦੇ ਆਏ ਹੋਣ, ਉਹਨਾਂ ਲਈ ਇੱਥੇ ਕੀ ਓਪਰਚੁਨਿਟੀਜ਼ ਹੈਗੀਆਂ ਨੇ, ਕਿਸ ਤਰੀਕੇ ਨਾਲ ਬਿਜ਼ਨਸ ਵੀਜ਼ਾ ਨੂੰ ਜਾਂ ਆਪਦੇ ਇਨਵੈਸਟਮੈਂਟ ਦੇ ਵੇ ਦੇ ਨਾਲ ਇੱਥੇ ਆ ਕੇ ਇਮੀਗ੍ਰੇਸ਼ਨ ਪ੍ਰਾਪਤ ਕਰ ਸਕਦੇ ਨੇ। ਤਰਨ ਜੀ, ਓਨਟਾਰੀਓ ਦੇ ਵਿੱਚ ਜਾਂ ਅਕ੍ਰੋਸ ਕੈਨੇਡਾ ਦੇ ਵਿੱਚ ਜਾਂ ਐਟਲਾਂਟਿਕ ਦੇ ਵਿੱਚ ਓਨਰ ਆਪਰੇਟਰ ਇੱਕ ਫੈਡਰਲ ਪ੍ਰੋਗਰਾਮ ਹੈਗਾ। ਉਸ ਫੈਡਰਲ ਪ੍ਰੋਗਰਾਮ ਦੇ ਵਿੱਚ ਜੇ ਤੁਹਾਡੇ ਕੋਲ ਕੰਟਰੋਲਿੰਗ ਸਟੇਕਸ ਹੈਗੇ ਨੇ, ਤੁਸੀਂ ਕੋਈ ਵੀ ਬਿਜ਼ਨਸ ਬਾਏ ਕਰਦੇ ਹੋ ਜਾਂ ਸ਼ੇਅਰਸ ਐਗਜ਼ਿਸਟਿੰਗ ਬਿਜ਼ਨਸ ਦੇ ਬਾਏ ਕਰਦੇ ਹੋ ਤੇ 51% ਸ਼ੇਅਰ ਤੁਹਾਡੇ ਕੋਲ ਆਂਦਾ, ਕੰਟਰੋਲਿੰਗ ਸਟੇਕਸ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਉਸ ਨੂੰ ਆਪਰੇਟ ਕਰਨ ਵਾਸਤੇ ਉਸ ਬਿਜ਼ਨਸ ਨੂੰ ਤੁਸੀਂ ਐਜ਼ ਐਨ ਓਨਰ ਆਪਰੇਟਰ LMIA ਲੈ ਕੇ ਵਰਕ ਪਰਮਿਟ ਲੈ ਸਕਦੇ ਹੋ। ਹੁਣ ਜੇ ਸ਼ੇਅਰਸ ਬਾਏ ਕਰ ਰਹੇ ਹੋ ਤੇ ਰਾਈਟ ਅਵੇ 6 ਮੰਥਸ ਤੋਂ ਬਾਅਦ ਵੀ ਤੁਹਾਡੀ PNP ਦੀ ਐਪਲੀਕੇਸ਼ਨ ਜਾ ਸਕਦੀ ਹੈਗੀ ਹੈ ਡਿਫਰੈਂਟ ਪ੍ਰੋਵਿੰਸਸ ਦੇ ਵਿੱਚ, ਐਟਲਾਂਟਿਕ ਦੇ ਵਿੱਚ ਖਾਸ ਕਰ। ਸੋ 6 ਮਹੀਨੇ ਬਾਅਦ ਵੀ ਤੁਹਾਡੀ PNP ਦੀ ਐਪਲੀਕੇਸ਼ਨ ਲੱਗ ਸਕਦੀ ਹੈਗੀ ਹੈ, ਬਿਕੋਜ਼ ਨਵਾਂ ਬਿਜ਼ਨਸ ਹੋਏਗਾ ਤੇ ਉਹ ਕੁਆਲੀਫਾਈ ਉਹਨੂੰ ਡੈਜ਼ਿਗਨੇਸ਼ਨ ਲੈਣ ਵਾਸਤੇ ਘੱਟੋ ਘੱਟ ਸਾਲ ਤੋਂ 2 ਸਾਲ ਲੱਗ ਜਾਣੇ ਹੈਗੇ ਨੇ। ਸੋ ਬਿਜ਼ਨਸ ਪੁਰਾਣਾ ਹੋਣਾ ਚਾਹੀਦਾ। ਸੋ ਇੱਕ ਵਾਰੀ ਡੈਜ਼ਿਗਨੇਸ਼ਨ ਹੋ ਗਿਆ, ਉਸ ਤੋਂ ਬਾਅਦ ਤੁਹਾਡੀ PNP ਰਾਈਟ ਅਵੇ ਪੋਸੀਬਲ ਹੈਗੀ ਹੈ ਐਂਡ ਤੁਹਾਡੇ ਵਾਸਤੇ ਓਪਰਚੁਨਿਟੀਜ਼ ਬਹੁਤ ਸਾਰੀਆਂ ਖੁੱਲ ਜਾਂਦੀਆਂ। ਐਂਡ ਮੈਂ ਬਾਰ-ਬਾਰ ਕਹਿਣਾ ਕਿ ਐਟਲਾਂਟਿਕ ਪ੍ਰੋਵਿੰਸਸ ਆਰ ਵਨ ਆਫ ਦਾ ਬੈਸਟ ਪ੍ਰੋਵਿੰਸਸ ਅੱਜ ਦੀ ਤਰੀਕ ਦੇ ਵਿੱਚ ਟੂ ਗਰੋ ਯਰ ਬਿਜ਼ਨਸ। ਸੋ ਜੇ ਤੁਹਾਡੇ ਕੋਲ ਓਪਰਚੁਨਿਟੀ, ਬਿਜ਼ਨਸ ਓਪਰਚੁਨਿਟੀ ਐਟਲਾਂਟਿਕਸ ਦੇ ਵਿੱਚ ਮਿਲ ਰਹੀ ਹੈ, ਯੂ ਸ਼ੁੱਡ ਡੈਫੀਨੇਟਲੀ ਗਿਵ ਇਟ ਅ ਡੀਪ ਥਾਟ, ਧਿਆਨ ਨਾਲ ਕੰਸੀਡਰ ਕਰਕੇ ਦੇਖੋ ਕਿ ਇਹ ਓਪਰਚੁਨਿਟੀ ਗੁੱਡ ਹੈਗੀ ਹੈ ਜਾਂ ਨਹੀਂ ਹੈਗੀ। ਬਿਲਕੁਲ ਸਰ। ਤੇ ਹੁਣ ਸਮਾਂ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਤੁਹਾਡੇ ਕੋਲ ਕੁਝ ਜੌਬ ਓਪਨਿੰਗਸ ਹੁੰਦੀਆਂ ਨੇ, ਇਸ ਵਾਰ ਤੁਹਾਡੇ ਕੋਲ ਕਿਹੜੀਆਂ ਓਪਨਿੰਗਸ ਨੇ? ਤਰਨ, ਹੌਸਪਿਟੈਲਿਟੀ ਸੈਕਟਰ ਦੇ ਵਿੱਚ ਜੇ ਕਿਸੇ ਵੀ ਪਾਈਪਲਾਈਨ ਦਾ ਐਕਸਪੀਰੀਅੰਸ ਹੌਸਪਿਟੈਲਿਟੀ ਸੈਕਟਰ ਦੇ ਵਿੱਚ ਹੈਗਾ, ਤੁਸੀਂ ਕਿਚਨ ਹੈਲਪ ਦੇ ਤੌਰ ਤੇ, ਰੈਸਟੋਰੈਂਟ ਮੈਨੇਜਰ ਦੇ ਤੌਰ ਤੇ ਕੰਮ ਕੀਤਾ ਹੋਇਆ ਜਾਂ ਰੂਮ ਕਲੀਨਰ ਦੇ ਤੌਰ ਤੇ ਕੰਮ ਕੀਤਾ ਹੋਇਆ, ਜਾਂ ਤੁਸੀਂ ਕੈਨੇਡਾ ਦੇ ਵਿੱਚ ਵਿਜ਼ਿਟ ਵੀਜ਼ਾ ਦੇ ਵਿੱਚ ਹੈਗੇ ਹੋ, ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਦੇ ਸਾਨੂੰ ਕੰਟੈਕਟ ਕਰੋ। ਵੀ ਮਾਈਟ ਬੀ ਏਬਲ ਟੂ ਅਸਿਸਟ ਯੂ ਐਂਡ ਹੈਲਪ ਯੂ ਆਊਟ। ਐਂਡ ਮੈਂ ਬਾਰ-ਬਾਰ ਕਹਿਣਾ ਜੀ, ਹੁਣ ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਕੰਮ ਬਿਜ਼ਨਸ ਥੋੜਾ ਜਿਹਾ ਸਲੋ ਹੋਣਾ ਸ਼ੁਰੂ ਹੋ ਜਾਏਗਾ ਐਂਡ ਜਨਵਰੀ, ਫੈਬਰੀ, ਮਾਰਚ ਲੀਨਰ ਮੰਥਸ ਹੁੰਦੇ ਨੇ। ਸੋ ਅਕਤੂਬਰ ਤੋਂ ਬਾਅਦ ਨਾਰਮਲੀ ਇੰਪਲੋਇਰਸ ਨਵੇਂ ਇੰਪਲੋਇਜ਼ ਨੂੰ ਹਾਇਰ ਕਰਨ ਵਾਸਤੇ 10 ਵਾਰੀ ਸੋਚਦੇ ਨੇ ਅੰਟਿਲ ਐਂਡ ਅਨਲੈਸ ਡਾਇਰਲੀ ਨੀਡਡ। ਸੋ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਕੰਮ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਜੇ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਦਿਸ ਪ੍ਰੋਬੇਬਲੀ ਇਜ਼ ਦ ਬੈਸਟ ਟਾਈਮ ਟੂ ਡੂ ਦੈਟ। ਨਹੀਂ ਤਾਂ ਬਾਅਦ ਫਿਰ ਜਨਵਰੀ ਤੋਂ ਬਾਅਦ ਤੁਸੀਂ ਮਾਰਚ ਦੇ ਵਿੱਚ ਤੁਸੀਂ ਐਲੀਜੀਬਿਲਟੀ ਬਣੇਗੀ। ਸੋ ਇਨਫੋਰਮੇਸ਼ਨ ਕੋਈ ਵੀ ਇਮੀਗ੍ਰੇਸ਼ਨ ਦੀ ਲੈਣਾ ਚਾਹੁੰਦੇ ਹੋ, ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ ਐਂਡ ਯੂ ਆਰ ਇੰਟੈਂਡ to establish yourself in Canada as well, ਆਪਣਾ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ ਤੇ ਤੁਸੀਂ ਬੈਕ ਹੋਮ ਤੋਂ ਇੰਟਰਨੈਸ਼ਨਲ ਮੋਬਿਲਿਟੀ ਸਟਰੀਮ ਦੇ ਅੰਡਰ ਐਲੀਜੀਬਲ ਹੈਗੇ ਹੋ ਵਰਕ ਪਰਮਿਟ ਆਪਣੇ ਵਾਸਤੇ ਤੇ ਡਿਪੈਂਡੈਂਟ ਵੀਜ਼ਾਸ ਆਪਣੀ ਫੈਮਿਲੀ ਦੇ ਲੈਣ ਵਾਸਤੇ। ਸੋ ਉਹਦੇ ਵਾਸਤੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜਾਂ ਕੋਈ ਹੋਰ ਉਲਝਿਆ ਹੋਇਆ ਕੇਸ ਹੋਰ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਸਾਨੂੰ ਜ਼ਰੂਰ ਕੰਟੈਕਟ ਕਰੋ। 15 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ ਐਂਡ RDMD ਤੋਂ ਇਲਾਵਾ ਸਾਡੇ ਆਫਿਸ ਦੇ ਵਿੱਚ 5 ਹੋਰ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ ਐਂਡ ਵੀ ਗਿਵ ਯੂ ਵੈਰੀ ਵੈਰੀ ਸਟ੍ਰੇਟ ਫਾਰਵਰਡ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਤੁਹਾਨੂੰ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਵੀ ਤੁਹਾਨੂੰ ਕਹਿੰਦੇ ਆ ਕਿ ਟਾਈਮ ਤੇ ਪੈਸਾ ਖਰਾਬ ਨਾ ਕਰੋ। ਸੋ ਫॉर ਸਟ੍ਰੇਟ ਫਾਰਵਰਡ ਐਡਵਾਈਸ ਐਂਡ ਪ੍ਰੋਫੈਸ਼ਨਲ ਐਡਵਾਈਸ ਵਾਸਤੇ RDMD ਦੀ ਟੀਮ ਨੂੰ ਜ਼ਰੂਰ ਕੰਟੈਕਟ ਕਰੋ। ਸੋ ਨੰਬਰ ਹੈਗਾ ਜੀ 9054612424, ਈਮੇਲ ID ਹੈਗਾ info@iccimmigration.ca ਐਂਡ WhatsApp ਨੰਬਰ ਸਾਡਾ ਹੈਗਾ 6478509000। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚਾਹਣ ਲਈ। ਥੈਂਕ ਯੂ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਜਾਂ ਨਵੇਂ ਪ੍ਰੋਗਰਾਮਸ ਜੋ ਆ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਚਾਹੀਦੀ ਹੈ, ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।